ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਗੁਣਵੰਤੀ ਜੋ ਦਿਸੈ ਗੁਰ ਸਿਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇਹ ਮਿਲਾਏ ਜੀਓ। ਜੋ ਦਿਸੈ ਗੁਰ ਸਿਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇਹ ਮਿਲਾਏ ਜੀਓ। ਸੋਈ ਦਸ ਉਪਦੇਸੜਾ, ਮੇਰਾ ਮਨ ਅਨੰਤ ਨ ਕਾਹੂੰ ਜਾਏ ਜੀਓ। ਇਹ ਮਨ ਤੈਂ ਕੋ ਡੇਵਸਾਂ, ਮੈਂ ਮਾਰਗ ਦੇਹ ਬਤਾਏ ਜੀਓ। ਹਉ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤਉ ਸ਼ਰਨ ਆਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜੀਓ। ਹਿਤ ਮਾਰਗ ਚੱਲੇ ਭਾਈੜੇ, ਗੁਰ ਕਹੈ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ, ਵਿਸਾਰੇ ਦੂਜਾ ਭਾਉ ਜੀਓ। ਇਉ ਪਾਵੈ ਹਰ ਦਰਸਾਵੜਾ, ਨਹਿ ਲੱਗੈ ਤਤੀ ਵਾਉ ਜੀਓ। ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜੀਓ। ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਉ ਜੀਓ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ, ਹਉ ਰਜਾਂ ਤ੍ਰਿਪਤ ਅਘਾਏ ਜੀਓ। ਜੋ ਗੁਰ ਦਿਸੈ ਸਿਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ, ਹਉ ਰਜਾਂ ਤ੍ਰਿਪਤ ਅਘਾਏ ਜੀਓ। ਜੋ ਗੁਰ ਦਿਸੈ ਸਿਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਟਲ ਦੀ ਸ਼ਾਮ ਅਸੀਂ ਸਤ ਸੰਗਤ ਦਾ ਇਹ ਸਮਾਂ ਮਾਣ ਪਾ ਰਹੇ ਹਾਂ।
ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਵੇਚਨਾ ਜੋ ਲਗਾਤਾਰ ਚੱਲ ਰਹੀ ਹੈ ਸ਼ਾਮ ਦੇ ਦੀਵਾਨ ਵਿੱਚ, ਇਸ ਅੰਦਰ ਸੂਹੀ ਰਾਗ ਦੀ ਰਚਨਾ ਜੋ ਕੁਚੱਜੀ, ਸੁਚੱਜੀ ਤੇ ਉਪਰੰਤ ਜੋ ਆ ਬਚਨ ਸਰਵਣ ਕੀਤਾ ਹੈ, ਗੁਣਵੰਤੀ ਇੱਕੋ ਸੀਕਵੈਂਸ ਵਿੱਚ ਰਚਨਾਵਾਂ ਨੇ। ਗੁਣਵੰਤੀ ਸਿਰਨਾਵੇਂ ਦਾ ਸ਼ਬਦ ਇਹਦਾ ਅਸੀਂ ਅਮੂਮਨ ਅੱਧਾ ਕੁ ਭਾਗ ਵਿਚਾਰਿਆ ਹੈ, ਅੱਧਾ ਕੁ ਹਿੱਸਾ ਅੱਜ ਯਤਨ ਕਰਾਂਗੇ ਅਸੀਂ ਉਹਦੇ ਸ਼ਬਦੀ ਅਰਥਾਂ ਨੂੰ ਸਮਝ ਸਕੀਏ। ਜੋ ਇਹਦੇ 'ਚ ਬਾਤ ਹੋ ਰਹੀ ਸੀ, ਜਿਵੇਂ ਆਪਨੇ ਜੇ ਬੀਤੇ 'ਚ ਸਰਵਨ ਕੀਤਾ ਹੋਏ, ਇੱਕ ਜਗਿਆਸੂ ਜੋ ਗੁਰੂ ਦੇ ਰਾਹ ਦਾ ਰਾਹਗੀਰ ਹੈ, ਉਹ ਰਾਹ 'ਤੇ ਤੁਰਨਾ ਚਾਹ ਰਿਹਾ ਹੈ, ਅਤੇ ਉਹ ਆਪਣੇ ਗੁਰਮੁਖ ਸਖੀ ਕੋਲੋਂ, ਗੁਰਮੁਖ ਸਤਸੰਗੀ ਕੋਲੋਂ ਗੁਰੂ ਨਾਲ ਸਾਂਝ ਪਾਉਣ ਵਾਸਤੇ ਅਰਦਾਸ ਕਰ ਰਿਹਾ ਹੈ। ਸੋ ਇਟਸ ਜਿਵੇਂ ਇਸ ਤਰ੍ਹਾਂ ਹੁੰਦਾ ਹੈ ਕਿ ਬੰਦਾ ਜਦੋਂ ਕਿਸੇ ਚੀਜ਼ ਦਾ ਸੀਕਰ ਆ ਅਤੇ ਉਹਦੇ ਵਾਸਤੇ ਉਹ ਐਫਰਟ ਪਾਉਂਦਾ, ਯਤਨ ਪਾਉਂਦਾ ਹੈ। ਅਤੇ ਗੁਰੂ ਸਾਹਿਬ ਨੇ ਵਾਰ-ਵਾਰ ਬਾਣੀ 'ਚ ਇਸ ਕਿਸਮ ਦੇ ਨਾਲ ਬਾਤਾਂ ਸਾਨੂੰ ਸਮਝਾਈਆਂ ਨੇ। ਮੈਂ ਬੀਤੇ ਕੱਲ੍ਹ ਵੀ ਬਹੁਤ ਸਾਰੇ ਵੱਖਰੇ ਵੱਖਰੇ ਸ਼ਬਦਾਂ ਦੇ ਵੇਰਵੇ ਦਿੱਤੇ ਸੀਗੇ। ਜਿਵੇਂ ਆਪਾਂ ਹੁਕਮਨਾਮੇ ਦੇ ਸ਼ਬਦ ਪੜ੍ਹਦੇ ਹਾਂ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ ਬਲਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਏ। ਉਹਦੇ ਵਿੱਚ ਵੀ ਜਗਿਆਸੂ ਇਸ ਤਰੀਕੇ ਨਾਲ ਅਰਦਾਸ ਕਰ ਰਿਹਾ ਹੈਗਾ। ਅਤੇ ਫਿਰ ਜਵਾਬ ਵੀ ਮਾਨ ਨਾ ਕੀਜੈ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈ ਹੈ। ਇੱਕ ਵਾਰੀ ਜਦ ਸਵਾਲ ਕੀਤਾ ਅਤੇ ਸਵਾਲ ਦੇ ਇਵਜ ਵਿੱਚ ਫਿਰ ਜਵਾਬ ਆ ਰਿਹਾ ਵੀ ਭਾਈ ਜੇ ਤੂੰ ਉਹ ਸਾਂਝ ਬਣਾਉਣੀ ਚਾਹੁੰਦਾ ਫਿਰ ਮਾਨ ਨਾ ਕੀਜੈ, ਆਹ ਚੀਜ਼ ਛੱਡਣੀ ਪੈਣੀ ਹੈ। ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈ ਹੈ, ਜੋ ਕਰਤਾਰ ਕਰਦਾ ਹੈ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਉਸ ਰੂਪ ਨੂੰ ਭਲਾ ਕਰਕੇ ਮੰਨਣਾ ਹੈ। ਐਗਜ਼ੈਕਟਲੀ ਇੱਥੇ ਜਿਹੜਾ ਬਚਨ ਆ ਰਿਹਾ ਸੀਗਾ, ਬੀਤੇ ਕੱਲ੍ਹ ਅਸੀਂ ਵਿਚਾਰਦੇ ਹੋ ਜਿੱਥੇ ਪਹੁੰਚੇ ਸੀਗੇ ਕਿ ਮਹਾਰਾਜ ਬਿਆਨ ਕਰਦੇ ਕਿ ਹਵਾਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨ ਆਏ ਜੀਓ। ਮੈਨੂੰ ਬੜਾ ਲੰਮੇਰਾ ਸਫ਼ਰ ਪਿਆ ਆ ਅਤੇ ਮੈਂ ਹੁਣ ਇਸ ਫਾਰਮ ਦੇ ਵਿੱਚ ਇੱਥੇ ਮੌਜੂਦ ਹਾਂ। ਇਹਨੂੰ ਇਸ ਤਰ੍ਹਾਂ ਜਾਣੋ ਕਿ ਜਿਹੜੀ ਇਹ ਲਾਈਫ ਇਟਸੈਲਫ ਆ, ਇਹਦਾ ਇੱਕ ਜਰਨੀ ਹੈ ਅਤੇ ਬਹੁਤ ਪਿੱਛੋਂ ਤੁਰੀ ਆਉਂਦੀ ਹੈ। ਬੀਤੇ ਕੱਲ੍ਹ ਹੀ ਆਪਾਂ ਬਾਤ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਵਿੱਚੋਂ ਕਿ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਗੋਇਓ। ਜਨਮਾਂ ਜਨਮਾਂਤਰਾਂ ਦੀ ਖੇਡ ਤੁਰੀ ਆਉਂਦੀ ਹੈ। ਹੁਣ ਜਿਹੜਾ ਆਹ ਸਮਾਂ ਆ, ਹੁਣ ਤਾਂ ਸਾਡੇ ਕੋਲ ਮੇਨ ਸਟਰੀਮ ਵਿੱਚ ਬਹੁਤ ਸਾਰਾ ਲਿਟਰੇਚਰ ਆ ਗਿਆ ਆ। ਜਿਵੇਂ ਕੁਝ ਬੁੱਕਸ ਅਕਸਰ ਮੈਂ ਵੀ ਕਈ ਵਾਰੀ ਕੋਟ ਕਰਦਾ ਹਾਂ। ਇੱਕ ਬੜੇ ਨਾਮਵਰ ਸਾਈਕੈਟਰਿਕ ਨੇ ਅਮਰੀਕਾ ਦੇ ਵਿੱਚ, ਜਿਹਨੇ ਸਾਰੀ ਉਮਰ ਆਪਣੀ ਐਲੋਪੈਥੀ ਦੇ ਬੇਸ ਦੇ ਉੱਤੇ ਜਿਹੜੀ ਯੂਰਪੀਅਨ ਸਾਈਕੈਟਰਿਕ ਪ੍ਰੈਕਟਿਸ ਹੈ ਉਹ ਕੀਤੀ। ਪਰ ਕਰਦਿਆਂ ਕਰਦਿਆਂ ਡੀਪ ਲੈਵਲ 'ਤੇ ਲੋਕਾਂ ਦੀਆਂ ਮੁਸ਼ਕਲਾਂ, ਮਨ ਮੰਡਲ ਦੀ ਦੁਨੀਆ ਸਮਝਦਿਆਂ ਉਹ ਜਿਸ ਲੈਵਲ 'ਤੇ ਪਹੁੰਚਾ, ਹਾਲਾਂਕਿ ਬੜਾ ਕ੍ਰਿਸਚਨ ਬਿਲੀਵਰ ਹੈ ਉਹ ਖੁਦ ਕਹਿੰਦਾ ਮੈਂ ਕ੍ਰਿਸਚਨ ਬਿਲੀਵਰ ਹਾਂ, ਮੈਂ ਮਤਲਬ ਕ੍ਰਿਸਚੈਨਿਟੀ 'ਚ ਬਿਲੀਵ ਕਰਨ ਵਾਲਾ ਬੰਦਾ। ਅਤੇ ਉਹਦੇ ਵਿੱਚ ਰਿਕਾਰਨੇਸ਼ਨ ਦਾ ਕੋਈ ਕੌਨਸੈਪਟ ਨਹੀਂ ਹੈਗਾ। ਉਹਦੇ 'ਚ ਇਹ ਕਿਹਾ ਗਿਆ ਹੈ ਕਿ ਜਦੋਂ ਮਨੁੱਖਾ ਜੀਵਨ ਆਉਂਦਾ ਹੈ ਅਤੇ ਉਹਦੇ ਅੰਦਰ ਕਿਉਂਕਿ ਜਿਹੜਾ ਬੇਬੀ ਸ਼ਾਵਰ ਵਗੈਰਾ ਕਰਦੇ ਸਾਰਾ ਕੁਛ ਐਕਚੁਅਲ ਲੈਵਲ 'ਤੇ ਹੁੰਦਾ ਹੈ ਕਿ ਕਲਬੂਤ ਰੈਡੀ ਹੋ ਰਿਹਾ। ਅਬੋਰਸ਼ਨ ਦਾ ਵੀ ਇਹੀ ਕੌਨਸੈਪਟ ਉਹਨਾਂ ਦੇ ਨਾਲ, ਇੱਕ ਸਰਟਨ ਟਾਈਮ ਤੋਂ ਬਾਅਦ ਅਬੋਰਸ਼ਨ ਪੋਸੀਬਲ ਨਹੀਂ ਗਾ, ਕਿਉਂਕਿ ਇਟਸ ਏ ਕਿਲਿੰਗ। ਇੱਕ ਬੜੀ ਵੱਡੀ ਉਸ ਤਰੀਕੇ ਨਾਲ ਮੰਨਦੇ ਨੇ ਉਹ ਉਹਨਾਂ ਦੇ ਬਲੀਫ ਸਿਸਟਮ ਦੇ ਵਿੱਚੋਂ, ਕਿਉਂਕਿ ਕਹਿੰਦੇ ਕਿ ਇੱਕ ਰੂਹ ਨਵੀਂ ਤਿਆਰ ਕਰਦਾ ਹੈ ਰੱਬ, ਅਤੇ ਨਵੀਂ ਤਿਆਰ ਕਰਕੇ ਰੂਹ ਭੇਜਦਾ ਵੋਮ ਦੇ ਵਿੱਚ। ਅਤੇ ਉਹ ਆਪਣਾ ਉਹਦਾ ਇਹੀ ਸਫ਼ਰ ਹੁੰਦਾ ਇਸ ਤਰੀਕੇ ਨਾਲ। ਅਤੇ ਮੁੜ ਕੇ ਉਹਨੇ ਕਬਰ 'ਚ ਪਹੁੰਚਣਾ ਹੈ, ਕਿਉਂਕਿ ਇਹ ਜਰਨੀ ਜਿਹੜੀ ਹੈ ਕਬਰ 'ਚ ਜਾ ਕੇ ਸਮਾਪਤ ਹੋਣੀ ਹੈ। ਅਤੇ ਜਦੋਂ ਉਹਨੇ ਉਸ ਤਰੀਕੇ ਨਾਲ ਕਬਰ 'ਚ ਜਾਣਾ, ਜਦੋਂ ਉਹਨੂੰ ਤੁਸੀਂ ਬਰੀਡ ਕਰ ਦੇਣਾ ਹੈਗਾ, ਫਿਰ ਡੇ ਆਫ ਜਜਮੈਂਟ ਦੀ ਬਾਤ ਆਏਗੀ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਦੇ ਲੇਖੇ ਜੋਖੇ ਹੋਣਗੇ, ਅਤੇ ਉਹ ਫਿਰ ਉਸ ਰੂਹ ਨੇ ਹੀ ਅੱਗੇ ਜਾਣਾ ਹੈਗਾ। ਉਹਦਾ ਹੋਰ ਕੋਈ ਜਿਹੜਾ ਉਸ ਤਰੀਕੇ ਨਾਲ ਨਹੀਂ ਹੈਗਾ। ਹੈਵਨ ਹੈਲ ਦਾ ਕੌਨਸੈਪਟ ਜਿਹੜਾ, ਅਤੇ ਉਹ ਇਹ ਤਰੀਕੇ ਦਾ ਬਿਲੀਵਰ ਸੀਗਾ। ਅਤੇ ਅਲਟੀਮੇਟਲੀ ਜਦੋਂ ਉਹਨੇ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਇਸ ਤਰੀਕੇ ਨਾਲ ਜੀਵਨ ਪ੍ਰਯੰਤ, ਮਤਲਬ ਕਈ ਦਰਜਨਾਂ ਸਾਲ ਲੱਗਾ ਰਿਹਾ, ਅਖੀਰ ਫਿਰ ਅੰਦਰ ਉਹਨੂੰ ਬਾਤ ਕੁਝ ਹੋਰ ਲੱਗੀ। ਫਿਰ ਜਦੋਂ ਉਸ ਲੈਵਲ 'ਤੇ ਉਹਨੇ ਐਨਾਲਿਸਿਸ ਕੀਤਾ ਅਤੇ ਕੁਝ ਲਿਟਰੇਚਰ ਉਸ ਲੈਵਲ ਦਾ ਪੜ੍ਹਿਆ, ਫਿਰ ਉਹਨੇ ਬਹੁਤ ਸਾਰੇ ਕਿਤਾਬ 'ਚ ਲਿਖੀ। ਉਹਦੀ ਬੜੀ ਮਕਬੂਲ ਕਿਤਾਬ ਹੈ ਮੈਨੀ ਲਾਈਵਸ ਮੈਨੀ ਮਾਸਟਰਸ। ਮਤਲਬ ਇਹ ਕਿ ਇੱਕ ਜ਼ਿੰਦਗੀ ਨਹੀਂ ਹੈ,
ਇਹ ਕਈ ਜ਼ਿੰਦਗੀਆਂ ਪਿੱਛੋਂ ਤੁਰੀਆਂ ਆਉਂਦੀਆਂ ਨੇ, ਤੇ ਇਹਦਾ ਕੋਈ ਇੱਕ ਮਾਸਟਰ ਵੀ ਨਹੀਂ ਹੈਗਾ। ਜੇ ਅਸੀਂ ਇਸ ਲੈਵਲ ਤੇ ਦੇਖੀਏ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਮਾਲ ਹੈ। ਅਸੀਂ ਬਚਨ ਪੜ੍ਹਦੇ ਹਾਂ, ਸਾਹਿਬ ਕਹਿੰਦੇ ਚੱਲ ਇਸ ਤਰ੍ਹਾਂ ਹੀ ਸਮਝ, ਜਿਹੜੀ ਇਹ ਖਾਸ ਕਰਕੇ ਹੈ ਤੇ ਐਵੋਲੂਸ਼ਨ ਹੀ ਸਾਰਾ ਇਵੋਲਵ ਹੋਈ ਆ ਬਾਡੀ ਤੱਤਾਂ ਦੇ ਵਿੱਚੋਂ। ਤੇ ਜੇ ਅਸੀਂ ਉਸ ਇਵੋਲਵ ਦੇ ਐਕਟ ਨੂੰ ਸਾਰੇ ਨੂੰ ਦੇਖਦੇ ਹੈਗੇ ਆ, ਤੇ ਉਹਦੇ 'ਚ ਪਤਾ ਲੱਗਦਾ ਵੀ ਜੁੜ ਵਿਛੁੜਾ, ਵਿਛੁੜ ਜੁੜਾ, ਇਹ ਤੱਤ ਕਿੰਨੀ ਵਾਰੀ ਜੁੜੇ, ਕਿੰਨੀ ਵਾਰੀ ਵਿਛੁੜੇ। ਇਹ ਐਲੀਮੈਂਟਸ ਜੁੜਦੇ ਰਹੇ, ਵਿਛੜਦੇ ਰਹੇ। ਇਹ ਨਿਯਮ ਹੈ ਮਦਰ ਨੇਚਰ ਦਾ। ਇਸ ਤਰੀਕੇ ਨਾਲ ਜੁੜ ਵਿਛੁੜਾ, ਵਿਛੁੜ ਜੁੜਾ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। देयर मैनी मास्टर्स, पता नहीं किन्नियां दे बाप बने, किन्नियां दे बेटे बने, किन्नियां किहड़े किहड़े साडे गुरु बने, किन्ना किन्ना दे चेले बने। सो एक इस तरीके का सफ़र चल रहा सारा। सो ਉਹਦੇ 'ਚ पता लगा कि एक जर्नी है जी बड़ी लम्मी है। गुरु महाराज ने क्या एहसास कर कि ये जर्नी नूं ਜਦੋਂ ਹੁਣ ਤੋਂ ਇਸ ਦੌਰ ਦੇ ਵਿੱਚ ਹੈ, ਉਹਦਾ ਇੱਕ ਰੀਜ਼ਨ ਇਹ ਵੀ ਦੱਸਿਆ ਜਾਂਦਾ ਕਿ ਅਸੀਂ ਜੇ ਗੁਰਬਾਣੀ ਦੇ ਮੁਤਾਬਕ ਹੀ ਸਮਝਦੇ ਹਾਂ, ਅਸੀਂ ਅੱਜ ਮਤਲਬ ਜ਼ਹਿਨੀ ਤੌਰ ਤੇ, ਇੰਟਲੈਕਚੁਅਲਿਟੀ ਦੇ ਲੈਵਲ ਤੇ ਅਸੀਂ ਟਰੈਪਡ ਹਾਂ ਦੋ ਚੀਜ਼ਾਂ ਦੇ ਵਿੱਚ, ਇੱਕ ਮਾਈਂਡ ਤੇ ਦੂਸਰੇ ਇਮੋਸ਼ਨਸ। ਇਹਨਾਂ ਦੋ ਨੇ ਸਾਨੂੰ ਲੌਕਡ ਕੀਤਾ ਆ। ਅਸੀਂ ਉਸ ਬਾਕਸ ਤੋਂ ਬਾਹਰ ਨਹੀਂ ਸੋਚ ਸਕਦੇ। ਜਿੰਨੀ ਕੁ ਮਨ ਦੀ ਦੁਨੀਆ ਆ ਸਾਡੀ, ਉਹ ਤੇ ਦੂਸਰਾ ਇਮੋਸ਼ਨਸ, ਜਿਹੜੇ ਸਾਡੇ ਅੰਦਰ ਜਿਹੜੀਆਂ ਭਾਵਨਾਵਾਂ ਚੱਲਦੀਆਂ ਨੇ, ਤੇ ਇਹ ਦੋ ਹੀ ਚੀਜ਼ਾਂ ਸਾਨੂੰ ਦੁਖੀ ਕਰੀ ਜਾਂਦੀਆਂ। ਅਸੀਂ ਆਪਣੇ ਇਮੋਸ਼ਨਸ ਨੂੰ ਮਤਲਬ ਸਰਵ ਕਰਨ ਵਾਸਤੇ, ਇੱਕ ਪਲੈਜ਼ਰ ਲਿਆਉਣ ਵਾਸਤੇ ਉਹਦੇ ਵਾਸਤੇ ਕੰਮ ਕਰੀ ਜਾ ਰਹੇ ਹਾਂ। ਇਨਰ ਸਾਈਡ ਤੇ ਇਹੀ ਬਾਤ ਹੈ। ਸਰੀਰ ਨੂੰ ਤਾਂ ਬੰਦਾ ਤੰਗ ਵੀ ਕਰ ਲੈਂਦਾ, ਸਰੀਰ ਨੂੰ ਤਾਂ ਔਖਾ ਵੀ ਕਰ ਲੈਂਦਾ ਥੋੜ੍ਹਾ ਬਹੁਤਾ, ਪਰ ਉਹ ਹੈ ਵੀ ਮੈਂ ਇਹਨੂੰ ਸਰਵ ਕਰਨਾ ਆ। ਦੂਸਰਾ ਜਿਹੜਾ ਮਾਈਂਡ, ਉਹ ਇੱਕ ਗੇਮ ਚਲਾ ਰਿਹਾ, ਉਹਦੇ ਵਿੱਚ ਹੀ ਬੰਦਾ ਸਟਕ ਆ। ਤੇ ਇਸੇ ਤਰੀਕੇ ਨਾਲ ਹੀ ਉਹ ਚਲਦਿਆਂ ਤੇ ਉਹ ਨਾ ਕੁਛ ਨੂੰ ਅੱਗੇ ਸਮਝ ਆ ਰਿਹਾ, ਨਾ ਕੁਛ ਪਿੱਛੇ ਸਮਝ ਆ ਰਿਹਾ। ਈਵਨ ਇਸ ਤਰ੍ਹਾਂ ਕਹਿ ਲਓ ਕਿ ਬਿਲਕੁਲ ਇਹਦਾ ਟਨਲ ਵਿਊ ਹੀ ਬਣ ਗਿਆ ਬੰਦੇ ਦਾ। ਜਦੋਂ ਇਸ ਟਨਲ ਵਿਊ ਨੂੰ ਤੋੜਨਾ ਹੈ, ਤੇ ਤੋੜਨ ਵਾਸਤੇ ਉਹ ਕਹਿ ਰਹੇ ਨੇ ਦੂਰ ਤੇ ਨਹੀਂ ਦੇਖ ਪਾਏਗਾ, ਕਿਉਂਕਿ ਦੂਰ ਤੇ ਹਨੇਰਾ ਬਹੁਤ ਹੈ, ਦਿਸ ਨਹੀਂ ਪਾ ਰਿਹਾ। ਆਪਣੇ ਆਪ ਤੇ ਫੋਕਸ ਕਰ, ਫਿਰ ਤੈਨੂੰ ਸ਼ਾਇਦ ਕੋਈ ਦਿਸ ਪਾਏ। ਹੇਅਰ ਐਂਡ ਨਾਓ, ਹੁਣ ਵਿੱਚ ਜੀ। ਇਮੋਸ਼ਨਸ ਤੋਂ ਥੋੜ੍ਹਾ ਆਪਣੇ ਆਪ ਨੂੰ ਦੂਰ ਕਰਕੇ ਦੇਖ, ਇਮੋਸ਼ਨਸ ਕਿੱਥੋਂ ਆ ਰਹੇ ਨੇ। ਜਿਹੜਾ ਮਾਈਂਡ ਜਿਸ ਕਿਸਮ ਦੇ ਜਿਹੜਾ ਹੈਗਾ ਉਹ ਗੇਮ ਖੇਡ ਰਿਹਾ, ਇਹ ਗੇਮ ਕਿੱਥੋਂ ਆ ਰਹੀ ਹੈ ਸਾਰੇ ਦੀ ਸਾਰੀ। ਬਹੁਤ ਸਾਰੀਆਂ ਐਸੀਆਂ ਬਾਤਾਂ ਜਿਹੜੀਆਂ ਨੇ, ਮੈਂ ਬੜੀ ਡਿਟੇਲ 'ਚ ਵੀ ਬਾਤ ਕਰ ਸਕਦਾ ਹਾਂ। ਜਿਵੇਂ ਸਪੋਜ਼ ਮੈਨੂੰ ਕੋਈ ਵਡਿਆਉਣ ਲੱਗ ਜੇ, ਤੇ ਵਡਿਆਉਣ ਦੀ ਦੇਰ ਹੈ, ਮੇਰੇ ਅੰਦਰ ਦੇ ਇਮੋਸ਼ਨਸ ਬਦਲਣੇ ਸ਼ੁਰੂ ਹੋ ਜਾਣਗੇ। ਬੜਾ ਪਲੈਜ਼ਰ ਫੀਲ ਹੋਣਾ ਸ਼ੁਰੂ ਹੋ ਜਾਏਗਾ, ਖੁਸ਼ੀ ਫੀਲ ਹੋਣੀ ਹੋ ਜਾਏਗੀ। ਥੋੜ੍ਹੀ ਦੇਰ ਬਾਅਦ ਮੈਨੂੰ ਇਹ ਵੀ ਪਤਾ ਲੱਗ ਜਾਏ ਕਿ ਇਹਦਾ ਵਡਿਆਉਣਾ ਨਾ ਵਾਜਬ ਨਹੀਂ ਗਾ। ਵੀ ਸਪੋਜ਼ ਕਰੋ ਮਤਲਬ ਜਿਵੇਂ ਮੈਂ ਇੱਕ ਕਾਉਂਸਲਰ ਹੈਗਾ ਆ, ਅਤੇ ਕਈ ਵਾਰੀ ਲੋਕ ਭੁਲੇਖੇ ਨਾਲ ਕਹਿੰਦੇ ਡਾਕਟਰ ਹੈਗਾ, ਡਾਕਟਰ ਕਹਿ ਤਾ, ਹੁਣ ਮਨ ਨੇ ਸੁਣਿਆ ਡਾਕਟਰ, ਬੜਾ ਵਧੀਆ ਲੱਗਾ, ਡਾਕਟਰ ਆ ਮੈਂ, ਫਿਰ ਇਹਨੇ ਹੋਰ ਵਡਿਆ ਦਿੱਤਾ, ਇਹਦੀ ਬੜੇ ਹੋਰ ਹਾਇਰ ਲੈਵਲ ਦੇ 2-4 ਰੈਂਕ ਲਾ ਦਿੱਤੇ, ਸਾਰਾ ਕੁਛ। ਅਲਟੀਮੇਟਲੀ ਗਮ ਉਹ ਚੱਲਦਾ ਰਿਹਾ, ਅੰਦਰ ਖੁਸ਼ੀ ਹੁੰਦੀ ਗਈ ਇਸ ਤਰੀਕੇ ਨਾਲ। ਹੁਣ ਅੰਦਰ ਇੱਕ ਇੰਟਲੈਕਚੁਅਲ ਸਾਈਡ ਤੋਂ ਇੱਕ ਬਾਤ ਇੰਟਲੈਕਟ ਹੀ ਕਹਿ ਰਿਹਾ, ਰੋਕ ਇਹਨੂੰ, ਠੀਕ ਨਹੀਂ ਗਾ, ਇਹ ਗਲਤ ਪਾਸੇ ਜਾ ਰਿਹਾ, ਕਿਉਂ ਐਵੇਂ ਕਹੀ ਜਾ ਰਿਹਾ। ਪਰ ਇੱਕ ਅੰਦਰ ਐਸੀ ਚੀਜ਼ ਹੈ ਜਿਹੜੀ ਉਹਨੂੰ ਰਸ ਲੈ ਰਹੀ ਹੈ। ਉਹ ਕਹਿੰਦੀ ਕੀ ਤੇਰਾ ਕੀ ਜਾਂਦਾ ਹੈ। ਹੁਣ ਆਹ ਜਿਹੜੀ ਚੀਜ਼ ਆ, ਟਰੈਪ ਆ, ਇਹ ਰਸ ਦੇ ਰਿਹਾ ਇਸ ਤਰੀਕੇ ਦੇ ਨਾਲ। ਤੇ ਇੱਕ ਸਿਰਫ ਇੱਕ ਐਗਜ਼ਾਮਪਲ ਕੀਤੀ, ਇਹੋ ਜਿਹੀਆਂ ਬੜੀਆਂ ਚੀਜ਼ਾਂ ਆਲੇ ਦੁਆਲੇ ਨੇ ਸਾਡੇ। ਫਿਰ ਬੰਦਾ ਕਹਿੰਦਾ ਅੱਛਾ ਇਹ ਰਸ ਹੁਣ ਤੇ ਮਿਲ ਗਿਆ, ਫਿਰ ਦੀ ਕ੍ਰੇਵਿੰਗ ਪੈਦਾ ਹੁੰਦੀ, ਹੋਰ ਲਵਾਂ, ਫਿਰ ਉਹੋ ਜਿਹੇ ਕੰਮ ਕਰਨੇ ਸ਼ੁਰੂ ਕਰਦਾ। ਇਸੇ ਕਰਕੇ ਲੋਕੀ ਫੋਕੇ ਧਰਮ ਦੇ ਕੰਮ ਕਰਦੇ, ਲੋਕੀ ਉਹੋ ਜਿਹੀਆਂ ਵਡਿਆਈਆਂ ਵਾਲੀਆਂ ਗੱਲਾਂ ਕਰਦੇ, ਲੋਕੀ ਉਹੋ ਜਿਹੇ ਦਾਨ ਪੁੰਨ ਕਰਦੇ। ਇਹ ਸਭ ਇਹ ਤੇ ਇੱਥੋਂ ਨਿਕਲਿਆ ਸਭ ਕੁਛ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਖੁਸ਼ੀ ਮਿਲਦੀ, ਇੱਕ ਅਜੀਬ ਕਿਸਮ ਦਾ ਚਾਅ ਪੈਦਾ ਹੋ ਰਿਹਾ ਅੰਦਰ ਸਭ ਚੀਜ਼ਾਂ ਦੇ ਵਿੱਚ। ਜਿਹੜੀ ਐਕਚੁਅਲ ਖੇਡ ਹੈ ਉਹ ਸਮਝ ਨਹੀਂ ਆ ਰਹੀ। ਇਹ ਕਰਦਿਆਂ ਕਰਦੇ ਐਂਡ ਆਫ ਦਾ ਡੇ ਜਮਾ ਘਟਾ ਕਰੋਗੇ, ਪੱਲੇ ਤੇ ਕੁਛ ਵੀ ਨਹੀਂ ਪਿਆ, ਪੱਲੇ ਤੇ ਪਿਆ। ਇਸ ਤਰ੍ਹਾਂ ਜਾਣੋ ਕਿ ਜਿਵੇਂ ਸ਼ੂਗਰ ਆ, ਚਲੋ ਨਸ਼ੇ ਦੀ ਗੱਲ ਨਹੀਂ ਕਰਦੇ, ਸ਼ੂਗਰ ਦੀ ਗੱਲ ਕਰਦੇ, ਮਿੱਠਾ ਆ, ਜਿੰਨਾ ਖਾਓਗੇ ਕ੍ਰੇਵਿੰਗ ਉਨੀ ਹੋਰ ਹੋਏਗੀ, ਜਿੰਨਾ ਵੱਧ ਇਨਟੇਕ ਕਰੋਗੇ ਉਨੀ ਹੋਰ ਕ੍ਰੇਵਿੰਗ ਹੋਏਗੀ। ਇਹ ਪੱਕੀ ਬਾਤ ਹੈ। ਜਿੰਨਾ ਬੰਦਾ ਵੱਧ ਇਨਟੇਕ ਕਰੀ ਜਾਏਗਾ, ਕ੍ਰੇਵਿੰਗ ਵਧੀ ਜਾਏਗੀ, ਤੇ ਐਂਡ ਕੋਈ ਹੈ ਨਹੀਂਗਾ। ਐਕਚੁਅਲ ਇਹੀ ਚੀਜ਼ ਆ। ਜੇ ਐਂਡ ਆ ਤੇ ਉਹ ਸਮਝ ਕੇ
ਸਮਝਾ ਕੇ ਦੱਸ ਕੇ ਵੀ ਐਂਡ ਆਫ ਦਾ ਡੇ ਕੱਢਣਾ ਕੀ ਇਹਦੇ ਵਿੱਚੋਂ, ਇੱਥੇ ਜਾ ਕੇ ਫਿਰ ਸੁਧਾਰ ਆ। ਤੇ ਫਿਰ ਬੰਦਾ ਕਹੇਗਾ ਵੀ ਜੇ ਸਪੋਜ਼ ਕਰੋ, ਕਈ ਵਾਰ ਲਿਟਰਲੀ ਤੌਰ ਤੇ ਲੋਕੀ ਕਹਿ ਦਿੰਦੇ, ਮੈਂ ਤਾਂ ਇੱਕ ਇੱਥੋਂ ਕਈ ਵਾਰੀ ਇੰਡੀਆ ਜਾ ਕੇ ਵੀ ਦੇਖਿਆ, ਇੱਕ ਦੋ ਮਤਲਬ ਜਗ੍ਹਾ 'ਤੇ ਇਸ ਤਰੀਕੇ ਨਾਲ ਹੋਇਆ, ਉਹਨਾਂ ਨੇ ਬੜੀ ਡਿਫਰੈਂਟ ਕਿਸਮ ਦੀਆਂ ਮਠਿਆਈਆਂ ਪੇਸ਼ ਕੀਤੀਆਂ, ਸਾਰਾ ਕੁਝ। ਮੈਂ ਕਿਹਾ ਵੀ ਨਹੀਂ ਜਸਟ ਮੈਂ ਤਾਂ ਇੰਨੀ ਕੁ ਚਾਹ ਲੈਣੀ ਤਾਂ ਮੈਨੂੰ ਕਹਿੰਦੇ ਲੈ ਜੇ ਇੰਨਾ ਕੁਛ ਇੰਨਾ ਸਾਦਾ ਜੀ ਮਾੜਾ ਜਿਹਾ ਖਾਣਾ ਹੁੰਦਾ ਤਾਂ ਫਿਰ ਕੈਨੇਡਾ ਕਰਦੇ ਇੱਥੇ ਬੈਠੇ ਰਹੋ। ਜੇ ਇੰਨੀ ਲੋੜ ਹੀ ਇੰਨੀ ਕੀ ਆ, ਬੰਦੇ ਨੂੰ ਲੱਗਦਾ ਵੀ ਜ਼ਿੰਦਗੀ ਕਾਹਦੀ ਹੈ, ਜੇ ਖਾਣ ਪੀਣ ਹੀ ਪਾਣ ਹੰਡਾਣ ਇਹ ਸਭ ਕੁਝ, ਕਿਉਂਕਿ ਇਹਦੇ 'ਚ ਤਾਂ ਬੰਦਾ ਮਿਸਮਰਾਈਜ਼ ਹੋਇਆ, ਗਵਾਚ ਗਿਆ ਇਹਦੇ 'ਚ, ਇਹ ਤਿਲਸਮ ਲੱਗ ਰਿਹਾ। ਗੁਰੂ ਬਾਬਾ ਜੀ ਕਹਿੰਦੇ ਨਹੀਂ, ਇਹ ਜ਼ਿੰਦਗੀ ਆਪਣੇ ਆਪ 'ਚ ਬੜੀ ਵੱਡੀ ਚੀਜ਼ ਹੈ, ਇਹਨੂੰ ਅਹਿਸਾਸੇਗਾ ਉਦੋਂ ਜਦੋਂ ਰੀਅਲ ਸੈਲਫ ਦੇ ਨੇੜੇ ਆ ਜਾਏਗਾ, ਆਪਣੇ ਅੰਦਰ ਦੀ ਦੁਨੀਆ ਨੂੰ ਸਮਝੇਗਾ। ਸ਼ਬਦ ਤੁਹਾਨੂੰ ਤੁਹਾਡਾ ਆਪਣਾ ਆਪਾ ਵਿਖਾਉਂਦਾ ਆ। ਇੱਥੇ ਗੁਰੂ ਬਾਬਾ ਜੀ ਇਹਦੀ ਬਾਤ ਕਰਦੇ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਏ ਜੀਓ। ਮੈਨੂੰ ਮੇਰੇ ਗੁਰੂ ਪਿਆਰੇ, ਮੈਨੂੰ ਤੇਰੇ ਤੋਂ ਆਸ ਆ ਬੜੀ ਵੱਡੀ, ਮੈਨੂੰ ਤੂੰ ਸਹੀ ਡਾਇਰੈਕਸ਼ਨ ਚੱਲ ਪਾਏਗਾ, ਲੈ ਕੇ ਜਾਏਗਾ। ਮੈਂ ਆਸਾ ਰੱਖੀ ਚਿੱਤ ਮੈਂ ਆਸ ਰੱਖੀ ਮੇਰਾ ਸਭੋ ਦੁੱਖ। ਹੁਣ ਸਭੋ ਦੁੱਖ ਕੀ ਹੈ? ਸੰਸਾਰ ਦੇ ਹਾਲਾਤ ਬਦਲਨੇ, ਇਹ ਤੇ ਇਮੋਸ਼ਨਲ ਦੁਖੀ ਕਰਦੇ ਸਾਨੂੰ। ਮੈਂ ਕੁਝ ਜਿਵੇਂ ਸਪੋਜ਼ ਕਰੋ ਗੈਂਬਲਿੰਗ ਕਰਦਾ ਬੰਦਾ, ਲਾਟਰੀ ਪਾ ਹੁੰਦਾ ਹੈ, ਤੇ ਲਾਟਰੀ ਪਾ ਕੇ ਜਿੰਨੀ ਦੇਰ ਤੱਕ ਉਹ ਲੋਟੋ ਵਾਲੇ ਜਾਂ ਉਹ ਮੈਕਸ ਵਾਲੇ ਜਾਂ ਕੋਈ ਰਿਜ਼ਲਟ ਨਹੀਂ ਆਉਂਦਾ, ਉਨੀ ਦੇਰ ਤੱਕ ਬੰਦਾ ਡਰੀਮ ਹੀ ਕਰੀ ਜਾਂਦਾ ਕਿ ਗੱਲ ਬਣੀ ਕਿ ਬਣੀ, ਲੈ ਤੇ 5 ਮਿਲੀਅਨ ਦੀ ਹੋ ਗਈ, 6 ਮਿਲੀਅਨ ਦੀ ਹੋ ਗਈ, 7 ਮਿਲੀਅਨ ਦੀ ਹੋ ਗਈ। ਮੈਨੂੰ ਯਾਦ ਹੈ ਮੈਂ ਸ਼ਾਇਦ ਬਾਤ ਕੀਤੀ ਵੀ ਹੋਏ, ਜਦੋਂ ਕਿਤੇ ਅਮਰੀਕਾ 'ਚੋਂ 1.5 ਬਿਲੀਅਨ ਦੀ ਬਣੀ ਸੀ। ਐਕਚੁਅਲੀ 1.5 ਬਿਲੀਅਨ ਦਾ ਨੰਬਰ ਹੋ ਗਿਆ ਸੀਗਾ। ਤੇ ਸਾਡੇ ਵੀ ਇੱਥੇ ਇੱਕ ਹੈਗੇ ਆ ਬੜੇ ਵੈਸੇ ਬਹੁਤ ਪਿਆਰੇ ਸੱਜਣ ਹੈ, ਮੈਂ ਇਸ ਤਰ੍ਹਾਂ ਹੀ ਕਹਿੰਦਾ, ਤੇ ਉਹ ਕਿਤੇ ਉੱਥੇ ਪਾਏ 40 ਕੇ 42 45 ਡਾਲਰ ਤੇ ਸੀ ਸਾਰੀ, ਉਹ ਪਾ ਕੇ ਤੇ ਮੇਰੇ ਕੋਲ ਇੱਥੇ ਆ ਕੇ ਉਹਨਾਂ ਨੇ $8 ਲੈ ਕੇ, $8 ਦੇ ਦਿਓ, ਜੇ ਅਮਰੀਕਨ ਹੈਗੇ ਨੇ 5 ਦੇ ਦਿਓ, ਤੇ ਕੈਨੇਡੀਅਨ 8 ਦੇ ਦਿਓ। ਤੇ ਉਹ ਮੈਨੂੰ ਤਾਂ ਪਤਾ ਨਹੀਂ ਸੀ, ਮੈਂ ਦੇ ਦਿੱਤੇ। ਦੇ ਕੇ ਕਹਿੰਦੇ ਹੁਣ ਅਰਦਾਸ ਕਰ ਦਿਓ। ਮੈਂ ਕੀ ਹੋਇਆ? ਕਹਿੰਦੇ ਵੀ ਲਾਟਰੀ ਪਾ ਕੇ ਆਇਆ ਉੱਥੇ। ਮੈਂ ਕਿਹਾ ਮੇਰੇ $5 ਵਾਪਸ ਦਿਓ, $8 ਵਾਪਸ ਦਿਓ। ਕਹਿੰਦੇ ਨਹੀਂ ਉਹ ਤੇ ਪਾ ਤੇ ਹੁਣ ਉਹ ਤੇ ਪੂਲ ਕੀਤਾ ਮੈਂ, ਤੇ ਆਪਾਂ ਆਪੇ ਹੀ ਮਨ ਵਿੱਚ ਪੂਲ ਕਰ ਲਿਆ, ਤੇ ਅਰਦਾਸ ਕਰਦੇ ਹੁਣ ਇਸ ਤਰੀਕੇ ਨਾਲ। ਮੈਂ ਕਿਹਾ ਗੱਲ ਇਹ ਆ ਵੀ ਚਲੋ ਮੈਂ ਕਰ ਵੀ ਦੇਣਾ, ਪਰ ਤੁਹਾਨੂੰ ਪਤਾ ਤੁਸੀਂ ਤਾਂ ਇੱਥੇ ਬੈਠੇ ਹੋ, ਜਿਹਨੇ ਕਲੇਮ ਕਰਨੀ ਅਮਰੀਕਾ 'ਚ ਹੋਣਾ ਚਾਹੀਦਾ। ਲਿਟਰਲੀ ਤੌਰ 'ਤੇ ਮੈਂ ਬਿਆਨ ਕਰਦਾ, ਮੇਰੇ ਵੀਰ ਹੈ ਵੈਸੇ ਬੜੇ ਪਿਆਰੇ, ਤੇ ਉਹ ਉਸ ਵਕਤ ਉਹਨੂੰ ਲੱਗਾ ਅੱਛਾ, ਇੰਨਾ ਕੁ ਅਫਸੋਸ ਆਇਆ ਵੀ ਜਿਵੇਂ ਨਿਕਲਣੀ ਮੇਰੀ ਏ। ਉਹਨੂੰ ਪੂਰੀ ਉਮੀਦ ਹੋ ਗਈ ਵੀ ਲੈ ਤੇ ਬੜਾ ਕੰਮ ਖਰਾਬ ਹੋ ਗਿਆ, ਮੈਂ ਤੇ ਐਵੇਂ ਦੱਸ ਇੱਧਰ ਆ ਗਿਆ, ਮੈਨੂੰ ਤਾਂ ਰਹਿਣੀ ਉੱਧਰ ਚਾਹੀਦਾ ਸੀਗਾ, ਹੁਣ ਤੇ ਨਿਕਲ ਜਾਣੀ। ਕਿਉਂਕਿ ਇੰਨਾ ਵਿਸ਼ਵਾਸ ਬੰਦੇ ਨੂੰ ਹੁੰਦਾ ਹੈ। ਪਰ ਐਂਡ ਆਫ ਦਾ ਡੇ ਅਸੀਂ ਦੇਖਦੇ ਹਾਂ ਮਿਲੀਅਨਸ ਦੇ ਵਿੱਚੋਂ, ਮਲਟੀ ਮਿਲੀਅਨ 'ਚੋਂ ਕਿਸੇ ਇੱਕ ਨੂੰ ਉਹ ਚੀਜ਼ ਉਸ ਤਰੀਕੇ ਨਾਲ ਮਿਲਦੀ, ਬਾਕੀ ਉਸ ਦਿਨ। ਤੇ ਜਦੋਂ ਰਿਜ਼ਲਟ ਨਿਕਲ ਜਾਂਦਾ, ਬੰਦਾ ਦੁਬਾਰਾ ਫਿਰ ਕ੍ਰੇਵਿੰਗ ਹੁੰਦੀ, ਅੱਛਾ ਦੁਬਾਰਾ ਫਿਰ ਪਾਣਾ ਵਾ। ਇਹ ਨਹੀਂ ਰਿਜ਼ਲਟ ਮਿਲ ਗਿਆ ਵੀ ਨਹੀਂ ਮਿਲੀ ਤੇ ਹੈ ਨਹੀਂ, ਹੁਣ ਉਹ ਛੱਡ ਦੇ, ਨਾ। ਇਹ ਜਿਹੜੀ ਹੈ ਨਾ, ਇਹ ਫਿਰ ਹੋਰ ਭਟਕਦਾ ਬੰਦਾ। ਇਹੀ ਤ੍ਰਿਸ਼ਨਾ ਆ ਇਸ ਰੂਪ ਦੇ 'ਚ। ਕਿਆ ਇਹ ਦੁੱਖ ਬੜਾ ਦੁੱਖ ਆ, ਇਸ ਦੁੱਖ ਤੋਂ ਬਾਹਰ ਕੱਢ। ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਸੀਗਾ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਗਰਭ ਉਹ ਨਹੀਂ ਜਿਹੜਾ ਮਾਂ ਦੇ ਗਰਭ ਵਿੱਚੋਂ ਬੰਦਾ ਇਕੱਲਾ ਆਇਆ ਹੈਗਾ, ਬੰਦਾ ਰੋਜ਼ ਜੰਮ ਰਿਹਾ, ਰੋਜ਼ ਮਰ ਰਿਹਾ। ਇੱਕ ਚੀਜ਼ ਕੋਈ ਇਹੋ ਜਿਹਾ ਜੀਵਨ ਸੰਕਲਪ ਲੈ ਲਿਆ ਜਿਹਦੇ 'ਚ ਕੋਈ ਸੁੱਖ ਨਾ ਮਿਲਿਆ, ਤੇ ਉਦੋਂ ਅਹਿਸਾਸਿਆ ਨਾ ਹੁਣ ਤੇ ਬਸ ਉਹ ਬੰਦਾ ਕਿਸੇ ਤਰੀਕੇ ਦੇ ਨਾਲ ਵੀ ਬੰਦਾ ਨਹੀਂ ਜਿਹੜਾ ਇਸ ਪਾਸੇ ਜਾਏ ਮੈਂ ਲਾਟਰੀ ਪਾਣੀ ਨਹੀਂ। ਪਰ ਮਨ ਕਹਿੰਦਾ ਨਹੀਂ ਕੋਈ ਨਾ, ਥੋੜ੍ਹੀ ਦੇਰ ਬਾਅਦ ਫਿਰ ਇਹੋ ਇਸੇ ਤਰੀਕੇ ਅਸੀਂ ਗੈਂਬਲਿੰਗ ਸਾਰੇ ਸੰਸਾਰ 'ਚ ਖੇਡੀ ਜਾ ਰਹੇ। ਇੱਥੇ ਬਿਆਨ ਕੀਤਾ ਕਿ ਮੈਨੂੰ ਜੀਵਨ ਦੀ ਸਹੀ ਖੇਡ ਸਮਝ ਆਵੇ, ਮੈਂ ਆਸਾ ਰੱਖੀ ਚਿੱਤ ਮੈਂ, ਮੈਨੂੰ ਉਮੀਦ ਆ ਮੈਂ ਜੀਵਨ ਦੇ ਅਸਲ ਰੰਗ ਨੂੰ ਇੰਜੋਏ ਕਰ ਸਕਾਂਗਾ। ਮੇਰਾ ਸਭੋ ਦੁੱਖ ਗਵਾਏ ਜਿਓ, ਇਤ ਮਾਰਗ ਚੱਲੇ ਭਾਈੜੇ ਗੁਰ ਕਹਿ ਸੁਕਾਰ ਕਮਾਏ ਜਿਓ। ਹੁਣ ਜਵਾਬ ਆ ਗਿਆ ਇਹਦੇ 'ਚ। ਹੁਣ ਤੱਕ ਜਗਿਆਸੂ ਦੇ ਸਵਾਲ ਸੀਗੇ, ਹੁਣ ਇਹ ਹੈ ਇਤ ਮਾਰਗ ਚੱਲੇ ਭਾਈੜੇ। ਭਾਈ ਤੂੰ ਮੈਨੂੰ ਭਾਈ ਕਿਹਾ, ਤੂੰ ਮੈਨੂੰ ਵੀਰ ਕਿਹਾ, ਮੈਨੂੰ ਸੱਜਣ ਕਿਹਾ, ਬੰਧੂ ਕਿਹਾ, ਹੁਣ ਭਰਾ ਮੇਰੇ ਇਸ ਰਾਹ ਦੇ ਉੱਤੇ ਭਰਾ ਬਣ ਕੇ ਤੁਰੇ ਜਾਂਦਾ ਹੈ। ਇਹ ਜਿਹਨੂੰ ਅਸੀਂ ਸਿਸਟਰਹੁੱਡ ਤੇ ਬ੍ਰਦਰਹੁੱਡ ਕਹਿੰਦੇ ਆ ਨਾ ਮੁਲਕਾਂ ਦੇ ਵਿੱਚ, ਇਸ ਤਰੀਕੇ ਦੀ ਬਾਤ ਥੋੜ੍ਹੀ ਹੈ। ਐਕਚੁਅਲ ਲੈਵਲ 'ਤੇ ਬੰਦੇ ਨੇ ਜਿੱਥੇ ਵੀ ਪਹੁੰਚਣਾ ਆ ਉਹ ਜਮਾਤ ਨਾਲ ਪਹੁੰਚੇਗਾ, ਇੱਕ ਜਮਾਤ ਦਾ ਪਾਰਟ ਬਣਦੇ ਹਾਂ ਅਸੀਂ। ਇੱਕ ਗੁਰੂ ਬਾਬਾ ਜੀ ਨੇ ਤੇ ਪਰਿਵਾਰ ਦੀ ਗੱਲ ਕੀਤੀ, ਈਵਨ ਆਨੰਦ ਅਵਸਥਾ ਆਨੰਦ ਕਾਰਜ ਵਿੱਚੋਂ ਲਿਆਂਦੀ। ਮੈਂ ਤਾਂ ਕਈ ਵਾਰ ਬੇਨਤੀ ਕਰਦਾ, ਜਿਹੜੀ ਸਾਡਾ ਮੈਥੇਮੈਟਿਕਸ ਆ, ਨਿਊਮਰਲ ਨੰਬਰਸ, ਤੇ ਸਾਡਾ ਜਿਹੜਾ ਸੋਸ਼ਲ ਸਟਰਕਚਰ ਆ,
ਇਹਨਾਂ ਦਾ ਜਿਹੜਾ ਕੈਲਕੂਲੇਸ਼ਨ ਹੈ ਡਿਫਰੈਂਟ ਆ, ਜੋੜ ਘਟਾ ਵੱਖਰੇ ਨੇ। ਜਿਵੇਂ ਸਪੋਜ਼ ਕਰੋ ਕਿ ਮੈਥ ਦੇ ਵਿੱਚ 1 + 1 ਇਕੁਅਲ ਐਕਚੁਅਲੀ ਬਰਾਬਰੇ 2 ਨੰਬਰ ਹੁੰਦਾ ਆ, ਇਕੁਅਲ ਟੂ 2 ਨੰਬਰ, ਇਸ ਤਰੀਕੇ ਨਾਲ ਹੁੰਦਾ। ਸੋਸ਼ਲ ਸਟਰਕਚਰ 'ਚ ਕੀ ਹੁੰਦਾ, 1 + 1 ਇਕੁਅਲ ਟੂ 11। ਸੋ ਇਸੇ ਤਰੀਕੇ ਨਾਲ ਨੰਬਰ ਵੱਧਦਾ ਲਗਾ ਜਾਂਦਾ, ਤੇ ਬਲਕਿ ਨੰਬਰ ਕੀ ਹੈ, ਜੇ ਕਿਤੇ 1 + 1 + 1 ਪਾ ਦਿਓ ਤਾਂ ਕਹਿੰਦੇ ਇਟਸ ਨੋਟ ਐਕਚੁਅਲੀ ਇਕੁਅਲ ਟੂ 3 ਹੋ ਗਿਆ, ਨਾ ਇਹ ਕੀ ਹੋ ਗਿਆ, 111 ਹੋ ਗਿਆ। ਮਤਲਬ ਜਿੱਥੇ ਜਮਾਤ ਜੁੜਦੀ ਲੱਗੀ ਜਾਏਗੀ, ਜਮਾਤ ਹੀ ਕਰਾਮਾਤ ਹੈ, ਆਪਣੇ ਆਪ ਚੀਜ਼ਾਂ। ਕਾਰਪੋਰੇਟ ਵਰਲਡ ਇਹੀ ਹੈ, ਮਨੀ ਪੂਲ ਕਰਕੇ, ਬ੍ਰੇਨ ਪੂਲ ਕਰਕੇ, ਇਕੱਠਾ ਕਰਕੇ, ਇਸ ਤਰੀਕੇ ਦੇ ਨਾਲ ਉਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਵੱਡੇ ਵੱਡੇ ਨੇਸ਼ਨ ਨਹੀਂ ਸੀ ਕਰ ਸਕੇ, ਉਹਨਾਂ ਨੂੰ ਉਹਨੇ ਕਰਕੇ ਵਿਖਾ ਦਿੱਤਾ। ਹਾਂ, ਉਹਨਾਂ ਦਾ ਇੰਟਰਸਟ ਭਾਵ ਆਪਣਾ ਵੱਖਰਾ ਆ, ਉਸ ਭਾਵ ਨੂੰ ਉਸ ਤਰੀਕੇ ਨਾਲ ਉਹ ਇੰਜੋਏ ਕਰਦੇ। ਗੁਰੂ ਬਾਬਾ ਜੀ ਨੇ ਇੱਕ ਪੰਥ ਦੇ ਕੌਨਸੈਪਟ 'ਚ ਚੀਜ਼ਾਂ ਲਿਆਂਦੀਆਂ, ਤੇ ਫਿਰ ਉਸ ਪੰਥ ਦੇ ਵਿੱਚ ਅਸੀਂ ਸਾਰੇ ਆਪੋ ਆਪਣੇ ਤਰੀਕੇ ਦਾ ਹਿੱਸਾ ਪਾਉਣ ਵਾਲੇ ਹੈਗੇ ਆ। ਇਹ ਜਿਹੜਾ ਬਚਨ ਆਇਆ, ਇਤ ਮਾਰਗ ਚੱਲੇ ਭਾਈੜੇ, ਜਿਹੜੇ ਰਾਹ ਦੀ ਹੁਣ ਮੈਂ ਬਾਤ ਕਰਨ ਲੱਗਾ, ਗੁਰੂ ਅਰਜਨ ਸਾਹਿਬ ਕਹਿੰਦੇ, ਜਿਹੜੇ ਜਿਗਿਆਸੂ ਨੇ ਜੋ ਸਵਾਲ ਪੁੱਛਿਆ ਮੈਂ ਜਵਾਬ ਦੇਣਾ। ਮੇਰੇ ਮਿੱਤਰ ਤੇ ਵੀਰ ਬਣ ਕੇ, ਭਰਾ ਬਣ ਕੇ, ਭਰਾਤਰੀ ਭਾਈਚਾਰੇ ਵਿੱਚ ਤੂੰ ਸ਼ਾਮਲ ਹੋ ਕੇ ਚੱਲਣਾ ਹੈ। ਗੁਰ ਕਹੇ ਸੋ ਕਾਰ ਕਮਾਏ ਜੀਓ, ਤੇ ਇਸ ਭਾਈਚਾਰੇ ਵਿੱਚ ਇੱਕੋ ਲੀਡਰ ਹੋਏਗਾ। ਕਹਿੰਦੇ ਨੇ ਗੁਰੂ ਸਾਹਿਬ ਦੀ ਬਾਣੀ 'ਚ ਅਸੀਂ ਪੜ੍ਹ ਦਈਏ, ਗੁਰ ਸਿੱਖ, ਸਿੱਖ ਗੁਰੂ, ਗੁਰੂ ਸਿੱਖ ਹੈ ਤੇ ਸਿੱਖ ਗੁਰੂ ਹੈ, ਫਰਕ ਕੋਈ ਨਹੀਂ। ਗੁਰੂ ਵਰਤਿਆ ਵੀ ਐਵੇਂ ਸਿੱਖਾਂ ਦੇ ਵਿੱਚ, ਪਰ ਹਾਂ ਇੱਕ ਚੀਜ਼ ਗੁਰੂ ਨੇ ਕਲੀਅਰ ਕਰ ਦਿੱਤੀ, ਗੁਰ ਸਿੱਖ, ਸਿੱਖ ਗੁਰੂ, ਏਕੋ ਗੁਰ ਉਪਦੇਸ਼ ਚਲਾਏ। ਉਪਦੇਸ਼ ਇੱਕ ਦਾ ਚੱਲੇਗਾ, ਆਪ ਮੁਹਾਰਾਪਨ ਨਹੀਂ ਹੋਏਗਾ। ਉਪਦੇਸ਼ ਇੱਕ ਕਿਹਦਾ ਚੱਲੇਗਾ, ਗੁਰੂ ਨਾਨਕ ਜੋਤ ਨੇ ਉਪਦੇਸ਼ ਨੂੰ ਲਿਆਂਦਾ ਉਸ ਤਰੀਕੇ ਨਾਲ, 10 ਜਾਮਿਆਂ ਤੱਕ ਉਸ ਉਪਦੇਸ਼ ਚਲਾਇਆ, ਫਿਰ ਗ੍ਰੰਥ ਦੀ ਤਾਬੇਦਾਰੀ ਲੈ ਆਂਦੀ। ਸਿੱਖ ਨੂੰ ਕਿਹਾ ਗਿਆ, ਜੇ ਤੂੰ ਜੀਵਨ ਵਿੱਚ, ਸਾਡੇ ਲਈ ਤਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਬਚਨ ਹੈ, ਸ਼ਬਦ ਹੈ, ਹੁਕਮਨਾਮਾ ਹੁੰਦਾ, ਇਸ ਉਪਦੇਸ਼ ਨੂੰ ਮੰਨਣਾ, ਉਹ ਸਿੱਖ ਰਾਹ ਨੂੰ, ਇੱਕ ਧਾਰਾ ਨੂੰ ਉਸ ਤਰੀਕੇ ਨਾਲ ਫੋਲੋ ਕਰ ਲੈਣਾ। ਇੱਥੇ ਬਚਨ ਆਇਆ, ਗੁਰ ਕਹੇ ਸੋ ਕਾਰ ਕਮਾਏ, ਜੋ ਗੁਰੂ ਨੇ ਕਿਹਾ ਉਹ ਕਾਰ ਬਿਲਕੁਲ ਸਿਰ ਸੱਟ ਕੇ ਕਮਾ ਲਈ ਉਸ ਰੂਪ ਦੇ ਵਿੱਚ। ਅਗਲਾ ਬਚ ਲਿਆ, ਤਿਆਗੇ ਮਨ ਕੀ ਮਤੜੀ, ਜਿਹੜੀ ਮੈਂ ਪਹਿਲਾਂ ਬਾਤ ਕੀਤੀ ਸੀ, ਕਿਉਂਕਿ ਮਨ ਜਿਹੜਾ ਬਾਕਸ ਬਣਾ ਦਿੰਦਾ ਸਾਡਾ, ਉਹ ਮਤ ਤਿਆਗਣੀ। ਬੰਦੇ ਤੇ ਲਿਟਰਲੀ ਤੌਰ ਤੇ ਸਾਡੇ ਤੇ ਪਬਲਿਸ਼ਰਸ ਨੇ ਇਹੋ ਜਿਹੀਆਂ ਚੀਜ਼ਾਂ ਛਾਪੀਆਂ ਨੇ, ਤੁਸੀਂ ਇਹੋ ਜਿਹੇ ਜਿਹੜੇ ਨੇ ਸੰਕਟ ਮੋਚਨ, ਦੁੱਖ ਭੰਜਣਾ ਸਾਹਿਬ, ਇਹੋ ਜਿਹੇ ਨਾਂ ਰੱਖ ਕੇ ਉਹਨਾਂ ਨੇ ਚੀਜ਼ਾਂ ਪਬਲਿਸ਼ ਕੀਤੀਆਂ ਨੇ। ਉਹਨਾਂ 'ਚ ਬਕਾਇਦਾ ਤੌਰ ਤੇ ਮੈਂ ਤੇ ਖੁਦ ਉਹ ਚੀਜ਼ਾਂ ਪੜ੍ਹੀਆਂ ਆਪਣੇ ਅੱਖਾਂ ਦੇ ਨਾਲ। ਉੱਥੇ ਲਿਖਿਆ, ਤੁਸੀਂ ਆਪਣੇ ਦੁਸ਼ਮਣ ਨੂੰ ਹਰਾਣਾ ਆ, ਆਹ ਸ਼ਬਦ ਪੜ੍ਹੋ। ਤੁਸੀਂ ਆਪਣੇ ਦੁਸ਼ਮਣ ਨੂੰ ਵਸ ਕਰਨਾ ਆ, ਆਹ ਸ਼ਬਦ ਪੜ੍ਹੋ। ਮੁਕੱਦਮਾ ਜਿੱਤਣਾ ਆ, ਆਹ ਸ਼ਬਦ ਪੜ੍ਹੋ। ਇਸ ਕਿਸਮ ਦੀਆਂ ਚੀਜ਼ਾਂ ਲਿਖੀਆਂ ਇਸ ਰੂਪ ਦੇ ਵਿੱਚ। ਬੰਦੇ ਨੇ ਗੁਰੂ ਕੇ ਉਪਦੇਸ਼ ਨੂੰ ਮਨ ਦੀ ਮਤ ਮੁਤਾਬਕ ਢਾਲਣ ਦਾ ਕੰਮ ਸ਼ੁਰੂ ਕਰਤਾ। ਹਾਲਾਂਕਿ ਸ਼ਬਦ ਮੁਤਾਬਕ ਮਨ ਢਾਲਣਾ ਸੀਗਾ। ਮਨ ਇਹ ਕਹਿ ਰਿਹਾ ਆ, ਇਹ ਸੰਸਾਰ ਜਿਹੜਾ ਹੈ ਨਾ, ਇਹ ਮੇਰਾ ਆਪਣਾ ਪਰਿਵਾਰ ਹੈ, ਮੈਨੂੰ ਲਾਈਕ ਨਹੀਂ ਕਰਦਾ, ਮੈਨੂੰ ਫਲਾਣਾ ਮੈਂਬਰ ਨਹੀਂ ਲਾਈਕ ਕਰਦਾ ਇਸ ਰੂਪ ਦੇ ਵਿੱਚ। ਗੁਰੂ ਨੇ ਕਿਹਾ, ਇੱਕ ਕੰਮ ਕਰਿਆ ਕਰ, ਸਤ ਸੰਗਤ ਕਰਿਆ ਕਰ, ਤਾਂ ਕਿ ਤੇਰੇ ਅੰਦਰੋਂ ਵਿਸਰ ਗਈ ਸਭ ਤਾਤ ਪਰਾਈ, ਇਹ ਵਿਸਰ ਜਾਏ ਤੇਰੇ ਅੰਦਰੋਂ, ਤੇਰੀ ਮੇਰ ਤੇਰ ਘਟੇ, ਤੂੰ ਇਸ ਆਪਣੇ ਜਿਹੜਾ ਹੈ, ਜਿਹੜਾ ਇੱਕ ਬੇਗਾਨਾਪਨ ਤੇਰੇ 'ਚ ਉਸਰ ਰਿਹਾ, ਇਹਦੇ ਤੋਂ ਬਾਹਰ ਆ ਸਕੇ। ਬੰਦੇ ਨੇ ਇਹਨੂੰ ਤੇ ਨਹੀਂ ਤਿਆਗਿਆ, ਬਲਕਿ ਇਹਨੂੰ ਹੋਰ ਪਕੜ ਕੇ ਤੇ ਕਿਹਾ, ਗੁਰੂ ਤੂੰ ਮੇਰੇ ਨਾਲ ਆ ਜਾ। ਜਿਵੇਂ ਆਮ ਘਰਾਂ 'ਚ ਤੁਸੀਂ ਦੇਖਿਆ ਹੋਏਗਾ ਕਿ ਘਰਾਂ 'ਚ ਕਈ ਵਾਰੀ ਗੈਂਗ ਬਣ ਜਾਂਦੇ, ਮਤਲਬ 2 ਜਾਂ 3 ਗੈਂਗ ਬਣ ਗਏ ਨੇ, ਤੇ ਉਹ 1-2 ਮੈਂਬਰ ਦੀ ਕਿਤੇ ਈਗੋ ਆਪਸ ਵਿੱਚ ਜਿਹੜੀ ਹੈ ਕਲੈਸ਼ ਕਰਦੀ ਇਸ ਤਰੀਕੇ ਨਾਲ, ਤੇ ਉਹ ਕਹਿੰਦੇ ਅੱਛਾ ਕਲੀਅਰ ਕਰ, ਜਾਂ ਮੇਰੇ ਵਾਲੇ ਪਾਸੇ ਤੇ ਜਾਂ ਇਸ ਪਾਸੇ, ਬਸ। ਹਾਲਾਂਕਿ ਜੇ ਪੁੱਛਿਆ ਜਾਏ ਕਿਉਂ, ਮੈਂ ਪਰਿਵਾਰ ਦਾ ਭਲਾ ਚਾਹੁੰਦਾ, ਪਿਓ ਵੀ ਚਾਹੁੰਦਾ ਆ, ਪਰ ਰੀਜ਼ਨ ਕੀ ਹੈ? ਰੀਜ਼ਨ ਇਹ ਹੋ ਗਿਆ ਆ, ਕਿਉਂਕਿ ਮੇਰੇ ਮੁਤਾਬਕ, ਮਨ ਮੁਤਾਬਕ, ਜਿਹੜੀ ਮੇਰੀ ਮਨ ਦੀ ਮੱਤ ਆ, ਉਹਨੂੰ ਹੀ ਸਪੋਰਟ ਕੀਤੀ ਜਾਏ। ਗੁਰੂ ਸਾਹਿਬ ਕਹਿੰਦੇ ਇੱਥੇ ਹੈ, ਤਿਆਗੇ ਮਨ ਕੀ ਮਤੜੀ, ਇਹ ਮਤੜੀ ਛੱਡਣੀ ਪਏਗੀ। ਤੇਰਾ ਮਤ ਨਹੀਂ ਚੱਲੇਗਾ, ਗੁਰੂ ਕਾ ਮਤ ਚੱਲੇਗਾ। ਜੋ ਗੁਰੂ ਕਹਿ ਰਿਹਾ ਹੈ ਉਸ ਰਾਹ ਦੇ ਉੱਤੇ। ਸੋ ਇੱਥੇ ਆਪਣੇ ਆਪੇ ਨੂੰ, ਜਿਵੇਂ ਆਪਾਂ ਜੇ ਪਿਛੋਕੜ ਵਿੱਚ ਦੇਖੀਏ, ਸਾਡੀਆਂ ਮਿਸਲਾਂ ਵੀ ਲੜਦੀਆਂ ਸੀ, ਝਗੜੇ ਹੁੰਦੇ ਸੀ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ, ਪਰ ਅਲਟੀਮੇਟਲੀ ਗੁਰਮਤੇ ਵੀ ਹੁੰਦੇ ਸੀ। ਇੱਕ ਸਾਂਝੇ ਕਾਰਜ ਵਾਸਤੇ ਉਹ ਉਸ ਰੂਪ ਵਿੱਚ ਉਸਾਰੀ ਵੀ ਕਰਦੇ ਸੀ।
ਸਾਨੂੰ ਇਹ ਲੱਗਦਾ ਹੈ ਕਈ ਵਾਰੀ ਅਸੀਂ ਇਹ ਵੀ ਸੋਚਦੇ ਹਾਂ ਸ਼ਾਇਦ ਨਾ ਵਕਤੀ ਤੌਰ 'ਤੇ ਸਿੱਖਾਂ ਦਾ ਰਾਜ ਭਾਗ ਸਥਾਪਿਤ ਹੋਇਆ ਅਤੇ ਚਲਾ ਗਿਆ, ਇਹ ਇਸ ਤਰੀਕੇ ਦੀ ਗੱਲ ਹੁੰਦੀ ਹੈ। ਐਕਚੁਅਲੀ ਜਿਹੜੀ ਇੱਕ ਹੈਰੀਟੇਜ ਬਿਲਡ ਕੀਤੀ ਹੈ, ਇੱਕ ਐਸੀ ਚੀਜ਼ ਜਿਵੇਂ ਹੁਣ ਅਮਰੀਕਾ 'ਚ ਹੁਣ ਦੇਖੋ, ਮਤਲਬ ਅਮਰੀਕਨ ਜਿਹੜਾ ਥੋੜ੍ਹਾ ਬਹੁਤਾ ਵੀ ਇਹਨਾਂ ਦਾ ਜਿਹੜਾ ਪੋਲੀਟੀਕਲ ਸਿਸਟਮ ਦੇ ਵਿੱਚ ਬ੍ਰੇਨ ਆ, ਉਹ ਬੜਾ ਡਰ ਰਿਹਾ ਹੈ ਕਿ ਇਹ ਇੰਸਟੀਟਿਊਸ਼ਨਸ ਨੂੰ ਪਰਮਾਨੈਂਟ ਡੈਮੇਜ ਕਰਤਾ ਗਿਆ। ਅਸੀਂ ਕਿਵੇਂ ਇਸ ਸਾਰੇ ਨੂੰ ਰਿਪੇਅਰ ਤੇ ਰਿਕਵਰ ਕਰਾਂਗੇ? ਹੁਣ ਇਟ ਵਿਲ ਟੇਕ ਅ ਲੋਟ ਆਫ ਟਾਈਮ। ਡੈਮੋਕ੍ਰੇਸੀ ਦੇ ਅਸੀਂ ਸਭ ਤੋਂ ਵੱਡੇ ਕਰਣਧਾਰ ਰਹੇ ਤੇ ਉਹਨੂੰ ਹੀ ਅਸੀਂ ਹੁਣ ਡੈਮੇਜ ਕਰ ਲਿਆ, ਹੁਣ ਕਿੱਧਰ ਜਾਵਾਂਗੇ? ਇਹ ਸਾਰੀ ਬਾਤ ਹੋ ਰਹੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਇੱਥੇ ਬਿਨਾਂ ਸ਼ੱਕ ਅਮਰੀਕਾ ਜਿੰਨਾ ਮਰਜ਼ੀ ਪ੍ਰੋਸਪਰ ਹੋ ਜਾਏ ਇਸ ਸਮੇਂ ਦੇ ਵਿੱਚ, ਅਗਲੇ ਹੋਰ 5-4 ਸਾਲਾਂ ਦੇ ਵਿੱਚ, ਪਰ ਜਿਹੜਾ ਡੈਮੇਜ ਕੀਤਾ ਆ, ਇਹ ਹਿਸਟਰੀ ਦਾ ਪਾਰਟ ਬਣ ਗਿਆ ਹੈ। ਇਹਦੇ ਨਾਲ ਇਕੱਲਾ ਇਹ ਨਹੀਂਗਾ, ਵਰਲਡ ਵਾਈਡ ਤੁਸੀਂ ਦੇਖੋਗੇ ਵੀਅਤਨਾਮ ਵਾਰ ਹੋਈ, ਉਸ ਤੋਂ ਇੱਕ ਲੈਸਨ ਲਰਨ ਕੀਤਾ। ਉਸ ਤੋਂ ਬਾਅਦ ਲੰਬਾ ਸਮਾਂ ਬਹੁਤ ਸਮਝ ਦੇ ਨਾਲ ਅਮਰੀਕਾ ਨੇ ਜੋ ਸੁਪਰ ਪਾਵਰ ਦੇ ਤੌਰ 'ਤੇ ਰਿਐਕਟ ਕੀਤਾ। ਕੋਲਡ ਵਾਰ ਨੂੰ ਐਂਡ ਕੀਤਾ ਐਡੇ ਕਮਾਲ ਦੇ ਨਾਲ, ਇੱਕ ਤਰ੍ਹਾਂ ਦੇ ਨਾਲ ਵਿਨਿੰਗ ਗੇਮ ਬਣ ਰਹੀ ਸਾਰੇ। ਮੁੜ ਕੇ ਜਦੋਂ ਮੁਸੀਬਤ ਬਣੀ, ਖਾੜੀ ਯੁੱਧ ਸ਼ੁਰੂ ਹੋ ਗਿਆ। ਪਹਿਲਾਂ ਤਾਂ ਉਹਦਾ ਮੁਸ਼ਕਿਲ ਬਣ ਗਈ, ਫਿਰ ਜਦੋਂ ਅਫਗਾਨਿਸਤਾਨ 'ਚ ਇਨਵੋਲਵ ਹੋ ਗਏ ਜਾ ਕੇ, ਉਹਦੇ ਨਾਲ ਫਿਰ ਇੱਕ ਐਸਾ ਹਾਲਾਤ ਬਣ ਗਏ ਕਿ ਅੱਛਾ ਆਪਣੇ ਪਰਸਨਲ ਮੁਫਾਦ ਲਈ, ਮਤਲਬ ਕੋਈ ਪਰਸਨਲ ਕਿਸੇ ਨੇ ਮੈਨੂੰ ਹਰਟ ਕੀਤਾ, ਜਿਵੇਂ ਨਿਆਣੇ ਵੀ ਤੂੰ ਮੈਨੂੰ ਇੱਕ ਮੁੱਕਾ ਮਾਰਿਆ ਮੈਂ 5 ਮਾਰਾਂਗਾ ਤੈਨੂੰ ਹੁਣ ਵਾਪਸ। ਫਿਰ ਭਾਈ ਤੇਰਾ ਤੋਂ ਦਾ ਫਰਕ ਕੀ ਰਹਿ ਗਿਆ? ਇਸ ਕਿਸਮ ਨਾਲ ਰਿਟੈਲੀਏਟ ਕਰਨਾ ਸ਼ੁਰੂ ਕੀਤਾ। ਇਹ ਸਾਰੀ ਹਿਸਟਰੀ ਸਾਡੇ ਸਾਹਮਣੇ ਹੈ। ਤੁਸੀਂ ਸਿੱਖੀ ਆਸ਼ੇ 'ਚ ਦੇਖੋ ਜਾ ਕੇ, ਸਿੱਖਾਂ ਨੂੰ ਮੁਗਲਾਂ ਨੇ ਨਖਾਸ ਚੌਂਕ ਦੇ ਵਿੱਚ ਈਵਨ ਬੰਦੇ ਦੀ ਖੱਲ ਨਹੀਂ ਲੈਂਦੀ, ਇਹ ਵੀ ਟਰਾਈ ਕੀਤੀ ਕਿ ਇਹਨਾਂ ਦੀਆਂ ਖੱਲਾਂ ਲਾ ਕੇ ਤੂੜੀ ਇਹਨਾਂ ਦੇ 'ਚ ਜਿਹੜਾ ਹੈਗਾ ਨਾ, ਇਹਨਾਂ ਨੂੰ ਸਟਫ ਕਰਕੇ ਇਹਨਾਂ ਨੂੰ ਟੰਗੋ, ਇਹਨਾਂ ਨੂੰ ਚੌਂਕਾਂ ਮਨਾਰਾਂ 'ਤੇ। ਇਹੋ ਜਿਹੀ ਇਸ ਕਿਸਮ ਦੇ ਨਾਲ ਬਾਕੀ ਕੱਟਣਾ, ਵੱਢਣਾ, ਪੋਟਿਆਂ ਕਰਨਾ, ਸਾੜਨਾ, ਮਤਲਬ ਕਿਹੜਾ ਤਸ਼ੱਦਦ ਨਹੀਂ ਕੀਤਾ ਹੋਏਗਾ। ਜਦੋਂ ਸਿੱਖ ਰਜੀਮ ਪਾਵਰ 'ਚ ਆਇਆ, ਤੁਸੀਂ ਦੇਖੋ ਇੱਕ ਕਿਤੇ ਨਾ ਵੀ ਮਿਲ ਜਾਏ ਤੁਹਾਨੂੰ ਇਹੋ ਜਿਹਾ, ਬਿਲਕੁਲ ਨਹੀਂ। ਇਹਨਾਂ ਦੇ ਲੈਵਲ 'ਤੇ ਜਾ ਕੇ ਜੇ ਇਹ ਕੰਮ ਕਰਾਂਗੇ, ਫਰਕ ਹੀ ਰਹਿ ਗਿਆ। ਫਿਰ ਗੁਰੂ ਕੇ ਸਿੱਖ ਆਦੇ ਰਹਿ ਗਏ। ਆਹ ਵੱਡੀ ਚੀਜ਼ ਹੈ। ਇਸ ਚੀਜ਼ ਨੂੰ ਜਦੋਂ ਤੱਕ ਮਾਨਵਤਾ, ਅੱਜ ਸਾਡੇ ਇੱਥੇ ਹੀ ਤੁਸੀਂ ਦੇਖੋ, ਜਿਹਨੂੰ ਅਸੀਂ ਏਥੀਸਟ ਕਮਿਊਨਿਟੀ ਕਹਿ ਰਹੇ ਹੈਗੇ ਹਾਂ, ਮੈਂ ਬੀਤੇ 'ਚ ਕੁਝ ਚੀਜ਼ਾਂ ਪੜ੍ਹ ਰਿਹਾ ਸੀਗਾ। ਤੁਸੀਂ ਜਿਹੜੇ ਸਾਡੇ ਐਟਲਾਂਟਿਕ ਪ੍ਰੋਵਿੰਸਿਸ ਹੈਗੇ ਨੇ, ਇਹਨਾਂ ਦੇ 'ਚ ਬੋਧੀਆਂ ਦੇ ਬੜੇ ਆਲੀਸ਼ਾਨ ਵੱਡੇ ਕੋਈ 3-4 ਮੰਦਰ ਬਣ ਗਏ ਨੇ ਬੋਧੀਆਂ ਦੇ। ਤੇ ਉਹ ਬੋਧੀਆਂ ਦੇ ਮੰਦਰ ਕਿਤੇ ਥਾਈਲੈਂਡ ਤੋਂ ਆ ਕੇ ਜਾਂ ਜਾਪਾਨ ਤੋਂ ਆ ਕੇ, ਚਾਈਨਾ ਤੋਂ ਆ ਕੇ ਲੋਕਾਂ ਨੇ ਨਹੀਂ ਬਣਾਏ। ਨੋ, ਆਪ ਇੱਥੋਂ ਦੇ ਲੋਕਾਂ ਨੇ ਬਣਾਏ। ਤੇ ਉਦੋਂ ਬਣਾਏ ਜਦੋਂ ਚਰਚਾਂ ਖਾਲੀ ਹੋ ਰਹੀਆਂ ਨੇ। 2600 ਸਾਲ ਪਹਿਲਾਂ ਕੋਈ ਜਿਹੜਾ ਸਕੂਲ ਆਫ ਥਾਟ ਆਇਆ, ਉਹਦੇ ਫਾਲੋਵਰ ਆ ਰਹੇ ਨੇ। ਰੀਜ਼ਨ ਕਿਉਂਕਿ ਪਤਾ ਲੱਗ ਰਿਹਾ ਹੈ ਇਹ ਥਾਟ ਸਾਡੇ ਨਾਲੋਂ ਬੈਟਰ ਹੈ। ਤਾਂ ਬੇਨਤੀ ਕਰਾਂ, ਜੇ ਸਿੱਖੀ ਸਾਡੇ ਪਰਿਵਾਰਾਂ 'ਚ ਰਹੇ ਤਾਂ ਅਸੀਂ ਥਾਟ ਪ੍ਰੀਜ਼ਰਵ ਕਰਕੇ ਰੱਖੀਏ। ਤੁਸੀਂ ਕੀ ਸੋਚਦੇ ਹੋ? ਬਾਣੀ ਦਾ ਬਚਨ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਐਂਡ ਆਫ ਦਾ ਡੇ ਜਿਹੜੀ ਹਾਰਮੋਨੀ, ਜਿਹੜਾ ਸੁਖ, ਜਿਹੜਾ ਬੰਦਾ ਲੱਭ ਰਿਹਾ ਹੈ, ਇਹ ਆਏਗਾ। ਪਰ ਇਹ ਹੈ ਜਿਹਨੂੰ ਉਲਾਮਾ ਇਕਬਾਲ ਨੇ ਕਿਹਾ ਸੀਗਾ ਕਿ ਜ਼ਮਾਨਾ ਬੜੇ ਸ਼ੌਂਕ ਸੇ ਸੁਣ ਰਹਾ ਥਾ। ਉਹ ਤੇ ਬੜੇ ਸ਼ੌਂਕ ਨਾਲ ਸੁਣ ਰਿਹਾ ਸੀ। ਹਮ ਹੀ ਸੋ ਗਏ ਦਾਸਤਾਂ ਕਹਿਤੇ ਕਹਿਤੇ, ਅਸੀਂ ਸੋ ਗਏ ਕਹਾਣੀ ਸੁਣਾਉਂਦੇ। ਇੱਥੇ ਗੁਰੂ ਬਾਬਾ ਜੀ ਨੇ ਬਾਤ ਕੀਤੀ ਹੈ, ਮਹਾਰਾਜ ਕਹਿੰਦੇ ਤਿਆਗੇ ਮਨ ਕੀ ਮਤੜੀ। ਗੁਰੂ ਵਾਲੇ ਭਾਵ ਵਿੱਚ ਆਪਣੇ ਮਤ ਦੇ ਮੁਤਾਬਕ ਨਹੀਂ। ਮਨ ਤੇ ਇਹ ਕਹਿ ਰਿਹਾ ਆ ਵੀ ਜਿਹੜਾ ਆ ਤੂੰ ਨਾ ਇੱਕ ਕੰਮ ਕਰ, ਇਹਨੇ ਤੈਨੂੰ ਤੰਗ ਕੀਤਾ, ਤੂੰ ਇਹਨੂੰ ਤੰਗ ਕਰ। ਨਾ, ਤਾਤ ਨਹੀਂ ਕਰਨੀ, ਈਰਖਾ ਨਹੀਂ ਕਰਨਾ, ਦੁਆਖ ਨਹੀਂ ਕਰਨਾ। ਫਿਰ ਕਿਹਾ ਵਿਸਾਰੇ ਦੂਜਾ ਭਾਓ ਜੀਓ। ਦੂਜਾ ਤੇ ਹੈ ਹੀ ਨਹੀਂ ਕੋਈ। ਦੁਐਤ ਕਿਹਦੇ ਨਾਲ ਕਰਾਂਗਾ? ਜਿਹੜੀ ਦੁਐਤ ਆ, ਜਿਹੜੀ ਮੇਰ ਤੇਰ ਆ, ਇਹੀ ਤੇ ਮਾਰ ਰਹੀ ਹੈ। ਜਦੋਂ ਦੁਐਤ ਵਾਲਾ ਪੱਖ ਹੈ ਹੀ ਨਹੀਂਗਾ, ਦੁਐਤੀਆ ਸਾਕਤ ਮਤੀਆ ਬਣਦਾ ਆ, ਸ਼ਕਤੀ ਦਾ ਪੁਜਾਰੀ। ਬੰਦੇ ਨੂੰ ਇੱਕੋ ਹੀ, ਜਿਵੇਂ ਆਪਾਂ ਦੇਖਦੇ ਹਾਂ ਕਲੋਨੀਅਲ ਪੀਰੀਅਡ ਦੇ ਵਿੱਚ ਲੋਕਾਂ ਨੇ ਜੰਗਾਂ ਲੜੀਆਂ ਬ੍ਰਿਟਿਸ਼ ਨੂੰ ਭਜਾਉਣ ਵਾਸਤੇ। ਠੀਕ ਹੈ ਜੀ, ਬ੍ਰਿਟਿਸ਼ ਚਲੇ ਗਏ ਅਲਟੀਮੇਟਲੀ। ਸੈਕੰਡ ਵਰਲਡ ਵਾਰ 'ਚ ਉਹਨਾਂ ਦਾ ਵੈਸੇ ਉਹਨਾਂ ਦਾ ਨੁਕਸਾਨ ਬੜਾ ਹੋ ਗਿਆ, ਤਾਂ ਉਹਨਾਂ ਨੇ ਜਾਣਾ ਸੀਗਾ। ਹੋਇਆ ਕਿ ਬੜੀਆਂ ਖੁਸ਼ੀਆਂ ਮਨਾਈਆਂ ਜੀ, ਫਰੀਡਮ ਆ ਗਈ ਜੀ, ਉਹ ਚਲੇ ਗਏ। ਮੁੜ ਕੇ ਲੋਕਾਂ ਦੀ ਜ਼ਿੰਦਗੀ ਕਿੰਨੀ ਕੁ ਸੌਖੀ ਹੋ ਗਈ। ਐਕਚੁਅਲ ਲੈਵਲ 'ਤੇ
ਪਾਵਰ ਟਰਾਂਸਫਰ ਹੋ ਗਈ ਤੇ ਪਾਵਰ ਟਰਾਂਸਫਰ ਹੋ ਕੇ ਜਿਹੜੇ ਲੋਕ ਅੰਗਰੇਜ਼ਾਂ ਦੀਆਂ ਜੇਲ੍ਹਾਂ 'ਚ ਰਹੇ, ਜਿਹੜੇ ਲੋਕ ਅੰਗਰੇਜ਼ਾਂ ਦੇ ਸਮੇਂ ਤੰਗ ਹੁੰਦੇ ਰਹੇ, ਉਹਨਾਂ ਕਾਨੂੰਨਾਂ ਸਭ ਦੇ ਮੁਤਾਬਕ, ਤੇ ਉਦੋਂ ਕਹਿੰਦੇ ਸੀ ਕਾਨੂੰਨ ਗਲਤ ਨੇ, ਅਸੀਂ ਬਦਲ ਦਿਆਂਗੇ ਸਾਰਾ ਕੁਝ, ਜਿਵੇਂ ਹੀ ਆਪ ਬੈਠੇ ਹੋ ਕਾਨੂੰਨ ਹੋਰ ਪੱਕੇ ਕੀਤੇ, ਬਲਕਿ ਆਪ ਜਿੰਨਾ ਸਿਆ ਉਸ ਤੋਂ 4 ਗੁਣਾ ਵੱਧ ਦੂਜਿਆਂ ਤੇ ਕੀਤਾ ਜ਼ੁਲਮ। ਇਹ ਕੀ ਹੈ? ਇਹ ਕੋਈ ਸੁਧਾਰਵਾਦੀ ਨਹੀਂ ਸੀ ਹੈਗੇ, ਅਸਲ ਦੇ ਵਿੱਚ ਇਹ ਤੇ ਦਾ ਵਾਲੇ ਸੀਗੇ, ਤੇ ਇਹ ਬੈਠੇ ਸੀ ਤਾਕ ਵਿੱਚ ਵੀ ਜਿੱਥੇ ਇਹ ਬੈਠਾ ਇੱਥੇ ਮੈਂ ਬਹਿ ਜਾਣਾ, ਬਸ ਠੀਕ ਹੈ। ਇਹ ਦੂਜਾ ਭਾਵ ਹੈ, ਸਾਕਤ ਮਤਤਾ ਆ। ਬੰਦਾ ਇਹ ਸੋਚ ਰਿਹਾ ਹੈ ਮੇਰੇ ਕੋਲ ਵੱਧ ਤਾਕਤ ਆ ਜੇ ਫਿਰ ਸਭ ਠੀਕ ਹੋ ਜਾਏਗਾ, ਨਹੀਂ, ਬੈਲੈਂਸ ਨਾਲ ਠੀਕ ਹੋਏਗਾ, ਤਵਾਜ਼ਨ ਨਾਲ। ਜਿਹੜੀ ਅਕਾਊਂਟੇਬਿਲਿਟੀ ਹੈ, ਗੁਰੂ ਅਕਾਊਂਟੇਬਲ ਬਣਾਉਂਦਾ ਤੁਹਾਨੂੰ ਤੁਹਾਡੇ ਅਮਲਾਂ ਵਾਸਤੇ। ਗੁਰੂ ਕੋਲ ਆ ਕੇ ਬੰਦਾ ਖੜਾ ਹੋ ਕੇ ਰਾਜਾ ਰੰਕ ਜੋ ਵੀ ਹੈ ਹੱਥ ਜੋੜ ਕੇ ਖੜ ਜਾਂਦਾ ਆ ਕੇ, ਗੁਰੂ ਦਾ ਉਪਦੇਸ਼ ਸੁਣਦਾ, ਬਾਣੀ ਸੁਣਦਾ ਹੈ। ਅੰਦਰ ਦੇ ਮਨ ਦੇ ਖਿਆਲਾਂ ਦੀ ਦੁਨੀਆ ਜਿਹੜੀ ਹੈ ਬਾਣੀ ਦੇ ਸ਼ੀਸ਼ੇ ਜਦੋਂ ਉਤਰਦੀ ਹੈ, ਫਿਰ ਪਤਾ ਲੱਗਦਾ ਹਾਂ ਗੁਰੂ ਇਹ ਕਹਿ ਰਿਹਾ, ਮੈਂ ਇਸ ਪਾਸੇ ਜਾ ਰਿਹਾ, ਠੀਕ ਨਹੀਂ ਗਾ। ਇੱਥੋਂ ਬੰਦੇ ਦਾ ਸੁਧਾਰ ਹੁੰਦਾ ਹੈ। ਜੇ ਬੰਦਾ ਸੋਚੇ ਕਿ ਨਹੀਂ ਨਹੀਂ ਐਕਚੁਅਲੀ ਮੈਂ ਹੀ ਜਿਹੜਾ ਹੈਗਾ ਤਾਕਤ ਗ੍ਰੈਬ ਕਰ ਲਾਂ ਇਸ ਕਿਸਮ ਦੇ ਨਾਲ, ਇਹਦੇ ਦੂਜਾ ਭਾਵ ਹੈ। ਇਹਦੇ 'ਚ ਲਗਾਤਾਰ ਕਰ ਹੀ ਰਹੇ ਹਾਂ, ਸਟਰਗਲ, ਪਾਵਰ ਸਟਰਗਲ ਹੈ ਘਰਾਂ ਦੇ ਵਿੱਚ, ਪਰਿਵਾਰਾਂ 'ਚ, ਸਮਾਜ ਵਿੱਚ, ਸੁਸਾਇਟੀ 'ਚ ਸਾਰੀ। ਤੇ ਇਹ ਕਰਦਿਆਂ ਕਰਦਿਆਂ ਬੰਦਾ ਜਨਮਾਂਤਰਾਂ ਦੀ ਬਾਜੀ ਹਾਰ ਚੁੱਕਾ ਆ, ਉਹਦੀ ਬਾਤ ਹੋ ਰਹੀ ਹੈ। ਕਿਉਂ ਪਾਵੇਂ ਹਰ ਦਰਸਾਵੜਾ, ਹਰੀ ਦੂਰ ਥੋੜਾ ਆ, ਉਹ ਤੇ ਦਰਸ ਦੇ ਰਿਹਾ ਆ, ਜ਼ਰਰੇ ਜ਼ਰਰੇ 'ਚ ਦੇ ਰਿਹਾ, ਪਰ ਇਉਂ ਪਾਵੇਂ ਆਹ ਤਰੀਕਾ ਆ, ਇਸ ਤਰੀਕੇ ਤੂੰ ਵਿਜ਼ਨਰੀ ਹੋ ਜਾਏਗਾ, ਅੱਖਾਂ ਮਿਲ ਜਾਣਗੀਆਂ ਤੈਨੂੰ। ਇਉਂ ਪਾਵੇਂ ਹਰ ਦਰਸਾਵੜਾ ਨਹਿ ਲੱਗਾ ਤੱਤੀ ਵਾਓ ਜੀਓ, ਤੈਨੂੰ ਤੱਤੀ ਵਾਹ ਵੀ ਨਹੀਂ ਲੱਗੇਗੀ, ਤੱਤੀ ਵਾਹ ਨਹੀਂ ਲੱਗੇਗੀ। ਅਸੀਂ ਤੇ ਗੁਰੂ ਸਾਹਿਬ ਦੇ ਜੀਵਨ ਦੇਖੇ, ਸਿੱਖਾਂ ਦੇ ਜੀਵਨ ਦੇਖੇ। ਅੱਜ ਅਸੀਂ ਦੇਖੀਏ ਇਤਨੇ ਸੁੱਖ ਸੁਖਾਨਾਂ ਦੇ ਬਾਵਜੂਦ ਵੀ ਸਾਡੇ ਮਨ ਡਰੇ ਹੋਏ ਨੇ। ਅਸੀਂ ਪੈਨਿਕ 'ਚ ਇੱਕ ਪਲ 'ਚ ਆ ਜਾਂਦੇ ਹਾਂ, ਸਾਨੂੰ ਇੱਕਦਮ ਜਿਹੜਾ ਹਰ ਚੀਜ਼ ਦਾ ਫਿਕਰ ਲੱਗ ਜਾਂਦਾ ਹੈ। ਉਹਨਾਂ ਨੂੰ ਦੇਖੋ ਜਿਨ੍ਹਾਂ ਨੂੰ ਕਦੀ ਫਿਕਰ ਹੀ ਨਹੀਂ ਲੱਗਾ, ਜਿਨ੍ਹਾਂ ਨੇ ਕਰਤਾਰ ਤੇ ਭਰੋਸਾ ਰੱਖਿਆ, ਆਪਣੇ ਜੀਵਨ ਨੂੰ ਜੋ ਸਹੀ ਜੀਵਨ ਜੀਣ ਦਾ ਤਰੀਕਾ ਉਹ ਨਹੀਂ ਛੱਡਿਆ, ਬਸ ਉਹਨੂੰ ਅਪਣਾ ਕੇ ਰੱਖਿਆ, ਬਾਕੀ ਜੋ ਕਰਤਾਰ ਕਰੇਗਾ। ਇੱਥੇ ਜਾ ਕੇ ਫਿਰ ਤੱਤੀ ਵਾਹ ਨਹੀਂ ਲੱਗਦੀ ਤੁਹਾਨੂੰ। ਹਾਂ, ਦਿਨ ਬਦਲਦੇ ਨੇ, ਸਿਚੁਏਸ਼ਨਸ ਬਦਲਦੀਆਂ ਨੇ, ਵਿਵੇਕ ਮੁਤਾਬਕ ਤੁਸੀਂ ਉਹਦੇ 'ਤੇ ਫੈਸਲੇ ਲੈਣੇ ਨੇ, ਉਹ ਜੀਵਨ ਚੱਲੀ ਜਾਣਾ ਹੈ, ਉਹਦੀ ਬਾਤ ਹੋ ਰਹੀ ਹੈ। ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ। ਗੁਰੂ ਅਰਜਨ ਸਾਹਿਬ ਨੇ ਬਾਤ ਕੀਤੀ, ਉਹ ਜਗਿਆਸੂ ਜਿਹੜਾ ਇਸ ਕਿਸਮ ਦੀ ਗੱਲ ਕਰ ਰਿਹਾ ਹੈ। ਕਈ ਵਾਰੀ ਵੀ ਹੁੰਦਾ, ਜਿਵੇਂ ਗੁਰਸ਼ਬਦ ਬਾਰੇ ਬਾਤ ਹੋਈ ਸਾਡੇ ਪੰਜਾਬ ਦੀ ਫਿਜ਼ਾਨ ਦੇ ਵਿੱਚ, ਇੱਕ ਸਮੇਂ ਤੋਂ ਬਾਅਦ ਪਹਿਲਾਂ ਤਾਂ ਕੁਝ ਥੋੜ੍ਹਾ ਸੰਤਵਾਦ ਚੱਲਿਆ, ਅਤੇ ਸੰਤਵਾਦ ਤੋਂ ਬਾਅਦ ਇੱਕਦਮ ਫਿਰ ਗੁਰੂਡਮ ਆ ਗਿਆ। ਅਤੇ ਉਸ ਵਕਤ ਗੁਰੂਡਮ ਨੂੰ ਕਾਊਂਟਰ ਕਰਦਿਆਂ ਬੜੇ ਸਿਆਣੇ ਦਾਨੇ ਲੋਕਾਂ ਨੇ ਬਹੁਤ ਸਾਰੀਆਂ ਬਹੁਤ ਅਕਟਵੀਆਂ ਦਲੀਲਾਂ ਅਤੇ ਬੜੇ ਸੋਹਣੇ ਤਰੀਕੇ ਨਾਲ ਚੀਜ਼ਾਂ ਦੱਸੀਆਂ। ਜਿਵੇਂ ਸਪੋਜ਼ ਕਰੋ ਉਹ ਦਲੀਲ ਦਿੰਦੇ ਕਿ ਇੱਕ ਔਰਤ ਦਾ ਪਤੀ ਦੂਰ ਕਿਤੇ ਦੇਸ਼ ਕੰਮ ਕਰਦਾ ਅਤੇ ਉੱਥੋਂ ਚਿੱਠੀ ਲਿਖਦਾ, ਬਾਈ ਚਾਂਸ ਉਹਨੂੰ ਚਿੱਠੀ ਪੜ੍ਹਨੀ ਨਹੀਂ ਆਉਂਦੀ ਔਰਤ ਨੂੰ, ਅਤੇ ਉਹ ਫਿਰ ਕਿਸੇ ਪਿੰਡ ਦੇ ਪੜ੍ਹੇ ਲਿਖੇ ਕੋਲ ਜਾਂ ਡਾਕੀਏ ਨੂੰ ਕਹਿੰਦੀ ਵੀ ਚੱਲ ਡਾਕੀਆ ਚਿੱਠੀ ਲੈ ਕੇ ਆ ਵੀ ਵੀਰ ਪੜ੍ਹ ਦੇ ਤੂੰ ਇਹਨੂੰ। ਉਹ ਹੁਣ ਡਾਕੀਆ ਚਿੱਠੀ ਪੜ੍ਹਨੀ ਸ਼ੁਰੂ ਕਰਦਾ ਆ। ਚਿੱਠੀ ਦਾ ਸਿਰਨਾਮਾ ਇੱਥੋਂ ਸ਼ੁਰੂ ਹੁੰਦਾ ਹੈ, ਮੇਰੀ ਪਿਆਰੀ ਪਤਨੀ, ਤੈਨੂੰ ਬਹੁਤ ਸਾਰਾ ਪਿਆਰ, ਬੱਚਿਆਂ ਨੂੰ ਵੀ ਦੁਲਾਰ, ਇਸ ਕਿਸਮ ਦੇ ਨਾਲ ਅਖੀਰ ਲਿਖਾ ਕੇ ਅਖੀਰ ਤੇ ਕਹਿੰਦਾ ਵੀ ਮੈਂ ਤੇਰਾ ਪਤੀ, ਜੋ ਵੀ ਜਿਸ ਪਿਆਰ ਵਾਲੇ ਕੋਈ ਲਫ਼ਜ਼ ਕਹਿ ਕੇ, ਤੇ ਉਹ ਫਿਰ ਕਹਿੰਦਾ ਵੀ ਹੁਣ ਮੈਂ ਚਿੱਠੀ ਸਮਾਪਤ ਕਰ ਰਿਹਾ ਹਾਂ। ਹੁਣ ਉਹ ਡਾਕੀਏ ਨੇ ਚਿੱਠੀ ਪੜ੍ਹੀ, ਤੇ ਪੜ੍ਹਦੇ ਸਮੇਂ ਦੇ ਦੌਰਾਨ ਇਹ ਸਾਰੇ ਲਫ਼ਜ਼ ਉਹ ਕਹੇ ਪਤੀ ਵਾਲੇ, ਉਸੇ ਕਿਸਮ ਦੀ ਬਾਤ ਕੀਤੀ, ਤੇ ਮੁੜ ਕੇ ਡਾਕੀਆ ਚਿੱਠੀ ਬੰਦ ਕਰਦੇ ਸਮੇਂ ਇਹ ਭੁਲੇਖਾ ਖਾ ਜਾਏ ਕਿ ਹੁਣ ਮੈਂ ਤਾਂ ਪਤੀ ਬਣ ਗਿਆ। ਵਾਟ ਡੂ ਯੂ ਥਿੰਕ, ਇਜ਼ ਇਟ ਰਾਈਟ ਥਿੰਗ? ਨੋ ਵੇ। ਐਕਚੁਅਲ ਲੈਵਲ ਤੇ ਜਿਸ ਕਿਸੇ ਨੇ ਗੁਰੂ ਗੋਬਿੰਦ ਮਹਾਰਾਜ ਦੀ ਬਾਣੀ ਪੜ੍ਹੀ ਜਾਂ ਸੱਚ ਦਾ ਉਪਦੇਸ਼ ਪੜ੍ਹਿਆ ਤੇ ਮੁੜ ਕੇ ਲੱਗਾ ਜਾਂ ਉਹਨੂੰ ਪ੍ਰਚਾਰਿਆ, ਮੁੜ ਕੇ ਲੱਗਾ ਕਿ ਲੈ ਮੈਂ ਹੁਣ ਉਹ ਖਾਵੰਦ ਬਣ ਗਿਆ, ਇਹ ਝੂਠਾ ਗੁਰੂਡਮ ਹੈ। ਇੱਥੇ ਤੇ ਗੁਰੂ ਬਾਬਾ ਜੀ ਆਪ ਸੱਚ ਦਾ ਉਪਦੇਸ਼ ਦਿੰਦੇ ਤੇ ਦਿੰਦੇ ਹੋਏ ਕਹਿੰਦੇ ਮੈਂ ਕੁਛ ਨਹੀਂ ਹੈਗਾ, ਨਾ ਨਾ ਨਾ, ਤੁਹਾਡਾ ਰਿਸ਼ਤਾ ਇਸ ਉਪਦੇਸ਼ ਨਾਲ ਹੈ, ਤੇ ਉਪਦੇਸ਼ ਦੇ ਜ਼ਰੀਏ ਉਸ ਸੱਚ ਨਾਲ ਜਿਹੜਾ ਤੁਹਾਡੇ ਅੰਦਰ ਬੈਠਾ ਹੈ। ਇਹ ਹੈ, ਇਸ ਤਰੀਕੇ ਨਾਲ ਗੁਰੂ ਸਾਹਿਬ ਨੇ ਉਸ ਜਿਹੜੀ ਸ਼ਖਸੀ ਪੂਜਾ ਅਰਚਨਾ ਸੀਗਾ, ਨਹੀਂ ਤੇ ਅਦਰਵਾਈਜ਼ ਕਲਟ ਬਣਦਿਆਂ ਕਿਹੜਾ ਦੇਰ ਲੱਗਦੀ ਹੈ। ਅੱਜ ਵੀ ਲੋਕੀ ਕਈ ਵਾਰ ਕੁਝ ਡੇਰਿਆਂ ਦੀ, ਕੁਝ ਇਹੋ ਜਿਹੀ ਚੀਜ਼ਾਂ ਦੀ ਬੜੀ ਤਾਰੀਫ ਕਰਦੇ ਪਿਆ ਡੇਰਾ, ਭਈ ਡੇਰਾ ਕੋਈ ਵੀ ਕਲਟ ਹੈ, ਕਿਉਂਕਿ ਇੱਕ ਬੰਦਾ ਆਗੂ ਬਣੇਗਾ ਵਕਤੀ ਤੌਰ ਤੇ ਬੜਾ ਵਧੀਆ ਚੱਲੇਗਾ, ਨੋ ਡਾਊਟ,
क्योंकि एक जगह तो एक ਜਿਹੜਾ ਹੈਗਾ ਪਾਵਰ ਦਾ ਜਿਹੜਾ ਸੋਰਸ ਆ ਉਹ ਇੱਕ ਜਗ੍ਹਾ ਤੇ ਉਹ ਸਾਰਾ ਕੁਝ ਆਰਡਰ ਆ ਰਿਹਾ, ਸਭ ਕੁਝ ਬੜਾ ਡਿਸਪਲਿਨ ਚੱਲ ਰਿਹਾ, ਪਰ ਐਂਡ ਆਫ ਦਾ ਡੇ ਹੈ ਉਹਨੂੰ ਵੀ ਤਾਂ ਅਕਾਊਂਟੇਬਿਲਿਟੀ ਚਾਹੀਦੀ। ਬੰਦਾ ਤੇ ਬੰਦਾ ਆ। ਇੱਥੇ ਪੰਜਾਂ ਦੀ ਸੰਸਥਾ ਬਿਲਡ ਕੀਤੀ ਗਈ, ਫਿਰ ਇਕੱਲੀ ਉਹ ਨਹੀਂ ਬਿਲਡ ਕੀਤੀ ਗਈ, ਉਹਦੇ ਨਾਲ ਹੋਰ ਬਹੁਤ ਸਾਰਾ ਜਿਹੜਾ ਹੈਗਾ ਕੌਮੀ ਤੌਰ ਤੇ ਮੁਹਾਜ ਵਿੱਢਿਆ ਗਿਆ। ਗੁਰੂ ਗ੍ਰੰਥ ਸਾਹਿਬ ਵਰਗੀ ਰਚਨਾ ਰਚੀ ਗਈ ਜਿਹਦੇ ਬਿਹਾਫ ਤੇ ਤੁਹਾਡੇ ਕੋਡ ਆਫ ਕੰਡਕਟ ਬਿਲਡ ਹੋਣੇ ਨੇ, ਤੁਹਾਡੀ ਪੂਰੀ ਜੀਵਨ ਜਾਚ ਸਾਰੀ ਸੈੱਟ ਹੋਣੀ ਹੈ। ਇੱਥੇ ਮਹਾਰਾਜ ਨੇ ਬਿਆਨ ਕੀਤਾ ਹੈਗਾ, ਜਦੋਂ ਇਹ ਸਾਰੇ ਬਚਨ ਕਹੇ ਗੁਰੂ ਅਰਜਨ ਸਾਹਿਬ ਨੇ ਆਪ ਕਿਹਾ, ਹਉ ਆਪੋ ਬੋਲ ਨਾ ਜਾਣਦਾ। ਜਿਹੜਾ ਜਗਿਆਸੂ ਸੱਜਣ ਦੂਸਰੇ ਨੂੰ ਦੱਸ ਰਿਹਾ ਨਾ, ਉਹ ਕਹਿ ਰਿਹਾ ਇਹ ਮੇਰੇ ਬੋਲ ਨਹੀਂ ਗਏ, ਇਹ ਮੈਂ ਨਹੀਂ ਤੈਨੂੰ ਸਮਝਾ ਰਿਹਾ, ਮੇਰੇ ਨਾਲ ਨਾ ਜੁੜੀ, ਮੈਂ ਨਹੀਂ, ਮੈਂ ਤੇ ਸਿਰਫ ਇੱਕ ਸੋਰਸ ਹਾਂ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀ। ਮੈਂ ਤੈਨੂੰ ਯੂਨੀਵਰਸਲ ਲਾ ਸਮਝਾ ਰਿਹਾ, ਲਾ ਆਫ ਕੋਜ਼ਮੋ, ਹੁਕਮ। ਇਸ ਹੁਕਮ ਨੂੰ ਫੋਲੋ ਕਰਨਾ ਹੈ, ਤੇ ਹੁਕਮ ਇਹੀ ਹੈ ਕਿ ਜਿਹੜੇ ਤੇਰੇ ਇਮੋਸ਼ਨਸ ਤੇ ਜਿਹੜਾ ਮਨ ਦਾ ਬਾਕਸ ਤੂੰ ਬਣਾ ਲਿਆ ਹੈ, ਇਹਨੂੰ ਤੋੜਨਾ ਹੈ। ਤੇ ਇਹ ਤੋੜਨਾ ਦੇਖੋ ਕਿਤੇ ਹੁੰਦਾ ਸਿਸਟਮ, ਤੁਸੀਂ ਖੁਸ਼ ਨਹੀਂ, ਸਿਸਟਮ ਤੋੜ ਦਿਓ, ਕੀ ਹੋ ਜਾਏਗੀ? ਅਨਾਰਕੀ ਫੈਲ ਜਾਏਗੀ। ਇਹਨੂੰ ਤੋੜੋਗੇ ਕਿਵੇਂ? ਬੈਲੈਂਸਡ ਵੇ ਦੇ ਨਾਲ, ਉਹਦੇ ਮੁਕਾਬਲਤਨ ਨਵਾਂ ਬੈਲੈਂਸ, ਨਵਾਂ ਸਿਸਟਮ ਲੈ ਕੇ ਆਓਗੇ। ਬੰਦੇ ਜਿਹੜੇ ਜੋਗੀ ਬਰਾਗੀ ਹੋ ਕੇ ਭੱਜ ਗਏ, ਜੀਵਨ ਹੋਰ ਕੇਓਸ ਹੋ ਗਿਆ, ਬਲਕਿ ਜਿਸ ਮਿਜ਼ਰੀ ਤੋਂ ਭੱਜੇ ਸੀਗੇ ਉਸ ਤੋਂ ਖਤਰਨਾਕ ਮਿਜ਼ਰੀ ਅੰਦਰ ਹੋਰ ਪੈਦਾ ਹੋ ਗਈ। ਜੰਗਲਾਂ ਬੇਲਿਆਂ ਤੁਰੇ ਫਿਰਦੇ ਪਾਗਲਾਂ ਵਾਂਗੂ ਰਮਤੇ ਹੋ ਗਏ, ਕੁਛ ਵੀ ਨਹੀਂ ਖਟਿਆ। ਜਿਹਨੂੰ ਤਾਂ ਗੁਰੂ ਬਾਬਾ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਹਾਲਤ ਇਹ ਬਣ ਗਈ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਇੱਜ਼ਤ ਹੀ ਗਵਾ ਲਈ ਆਪਣੀ, ਮਨੁੱਖ ਹੋਣ ਦੇ ਲੈਵਲ ਤੋਂ ਵੀ ਥੱਲੇ ਆ ਗਿਆ ਭਾਈ। ਇਹ ਨਹੀਂ, ਹਾਂ ਇਸ ਮਨ ਦੀ ਦੁਨੀਆ ਨੂੰ ਸਮਝਦਿਆਂ, ਸਹੇਜਦਿਆਂ, ਸਤਸੰਗ ਕਰਦਿਆਂ, ਆਲੇ ਦੁਆਲਾ ਉਸ ਗੁਰਸ਼ਬਦ ਦੇ ਆਵਰਣ ਵਿੱਚ ਜਾਂਦਿਆਂ ਹੋਇਆਂ, ਫਿਰ ਤੁਸੀਂ ਇਹ ਹੈ ਉਸ ਹੁਕਮ ਦੀ ਪ੍ਰਤੀਪਾਲਣਾ ਕਰਨੀ ਹੈ। ਬਾਬਾ ਜੀ ਕਹਿੰਦੇ ਬਾਕੀ ਹੁਕਮ ਨਹੀਂ ਸਵਾਰਨਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਹਰ ਭਗਤ ਖਜ਼ਾਨਾ ਬਖਸ਼ਿਆ, ਗੁਰੂ ਨਾਨਕ ਕੀਆ ਪਸਾਓ ਜੀਓ। ਕਿਆ ਬਾਤ ਹੈ, ਲਫ਼ਜ਼ ਦੇਖੋ ਕਿਆ ਲਿਖੇ, ਹਰ ਭਗਤ ਖਜ਼ਾਨਾ ਬਖਸ਼ਿਆ। ਹਰੀ ਨੇ ਭਗਤੀ ਦਾ ਖਜ਼ਾਨਾ ਬਖਸ਼ਿਆ ਹੈ, ਤੇ ਬਖਸ਼ਿਆ ਪਤਾ ਕਿਹਦੇ ਜ਼ਰੀਏ ਹੈ? ਗੁਰ ਦੇ ਰਾਰੇ ਨੂੰ ਵੀ ਸਿਹਾਰੀ ਹੈ, ਨਾਨਕ ਦੇ ਕੱਕੇ ਨੂੰ ਵੀ ਸਿਹਾਰੀ ਹੈ। ਗੁਰੂ ਨਾਨਕ ਕੀਆ ਪਸਾਓ ਜੀਓ। ਪਸਾਓ ਐਕਚੁਅਲੀ ਜਿਹੜਾ ਵਰਡ ਹੈ, ਟੀਕੇਕਾਰ ਡਿਫਰੈਂਟ ਵੇ ਨਾਲ ਬਿਆਨ ਕੀਤਾ। ਪਸਾਓ ਦਾ ਮਤਲਬ ਪਸਾਰਾ ਵੀ ਹੁੰਦਾ ਆ, ਫੈਲਾ, ਮਤਲਬ ਕਿਸੇ ਚੀਜ਼ ਨੂੰ ਆਲੇ ਦੁਆਲੇ ਵੰਡਣਾ। ਹੁਣ ਜੇ ਸਿੱਖੀ ਲਹਿਜੇ 'ਚ ਆਪਾਂ ਦੇਖੀਏ ਤਾਂ ਅਸੀਂ ਸਾਖੀ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੀ। ਗੁਰੂ ਨਾਨਕ ਸਾਹਿਬ ਇੱਕ ਪਿੰਡ ਜਾਂਦੇ ਨੇ, ਅਤੇ ਉਹ ਪਿੰਡ ਦੇ ਲੋਕ ਗੁਰੂ ਨਾਨਕ ਸਾਹਿਬ ਨੂੰ ਬਿਲਕੁਲ ਜੀ ਆਇਆਂ ਨਹੀਂ ਕਹਿੰਦੇ, ਅਤੇ ਸਭ ਚੀਜ਼ਾਂ ਸਾਖੀ ਆਪ ਨੇ ਸੁਣੀ ਹੈ। ਅਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਮਰਦਾਨਿਆ, ਇਹਨਾਂ ਨੂੰ ਅਸੀਸ ਦੇ, ਅਰਦਾਸ ਕਰ ਮਾਲਕ ਦੇ ਚਰਨਾਂ 'ਚ ਵਸਦੇ ਰਹਿਣ। ਠੀਕ ਹੈ ਜੀ। ਦੂਸਰੇ ਜਗਰ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਬੜਾ ਸੇਵਾ ਕੀਤੀ, ਸਭ ਕੁਛ। ਤੇ ਬਾਬਾ ਜੀ ਕਹਿੰਦੇ ਮਰਦਾਨਿਆ ਅਸੀਸ ਦੇ, ਅਰਦਾਸ ਕਰੀਏ ਨਾਲ ਹੀ ਇਹ ਉੱਜੜ ਜਾਣ। ਭਾਈ ਮਰਦਾਨਾ ਜੀ ਨੂੰ ਲੱਗਾ ਬਾਬਾ ਜੀ ਕਮਾਲ ਕਰੀ ਜਾਂਦੇ ਹੋ, ਇਹ ਤਾਂ ਨਹੀਂ ਠੀਕ, ਇੰਨਾ ਧੱਕਾ ਤਾਂ ਨਹੀਂ ਚਾਹੀਦਾ ਵੀ ਇੱਕ ਤੇ ਵਿਚਾਰੇ ਨੇ ਨਾ ਪਿਆਰ ਸਤਿਕਾਰ ਕੀਤਾ, ਦੂਜਾ। ਬਾਬਾ ਜੀ ਕਹਿੰਦੇ ਨਹੀਂ, ਅਸਲ ਵਿੱਚ ਇਹੋ ਜਿਹੇ ਲੋਕ ਜਿੱਥੇ ਜਾਣਗੇ ਇਹ ਰੰਗ ਫੈਲਾਣਗੇ। ਆਪ ਅਹਿਸਾਸ ਕਰੋ, ਸਿਸਟਮ ਬਾਇਸ ਹੋ ਸਕਦਾ, ਲੋਕ ਬਾਇਸ ਹੋ ਸਕਦੇ ਨੇ, ਬਹੁਤ ਸਾਰੀਆਂ ਚੀਜ਼ਾਂ ਇਸ ਕਿਸਮ ਨਾਲ ਚੀਜ਼ਾਂ ਚੱਲਦੀਆਂ ਨੇ। ਆਪਾਂ ਇਹਨਾਂ ਮੁਲਕਾਂ 'ਚ ਵੀ ਬੈਠੇ ਹਾਂ, ਟਾਰਚ ਲੈ ਕੇ ਇਸ ਤਰੀਕੇ ਨਾਲ ਦੀਵੇ ਲਾਈਟਾਂ ਲੈ ਕੇ ਲੋਕੀ ਲੱਭ ਰਹੇ ਨੇ। ਜਿਹੜੀ ਵਿਜ਼ੀਬਲ ਮਨੋਰਿਟੀ ਹੈ, ਇਹਦੇ 'ਚ ਕੋਈ ਫਲਾਅ, ਕੋਈ ਕਮੀ ਦਿਸੇ ਤੇ ਉਹਨੂੰ ਉਛਾਲੀਏ ਅਸਮਾਨ 'ਚ। ਪਰ ਉਛਾਲੋਗੇ ਕੀ? ਆ ਤੁਹਾਡੇ ਗੁਰਦੁਆਰਾ ਸਾਹਿਬ ਚੱਲ ਰਹੇ ਨੇ, ਪੂਰੀ ਆ 8-9 ਮਹੀਨੇ ਹੋ ਚੱਲੇ ਆਲਮੋਸਟ ਕੋਵਿਡ-19 ਦੀ ਸਿਚੁਏਸ਼ਨ। ਇਸੇ ਗੁਰਦੁਆਰਾ ਸਾਹਿਬ ਤੋਂ ਬਾਤ ਕਰੀਏ, ਸਾਡੇ ਕੋਲ ਪੂਰਾ ਹੁਣ ਤੇ ਟਰੈਕ ਰੈਕਡ ਹੈਗਾ ਹਰ ਰੋਜ਼ ਸੰਗਤ ਆਉਣ ਜਾਣ ਦਾ, ਡਾਟਾ ਸਿਸਟਮ ਦੇ ਵਿੱਚ ਲੈ ਲਈਏ। ਹਜ਼ਾਰ ਬੰਦਾ ਰੋਜ਼ ਦਾ ਲੰਗਰ ਪ੍ਰਸ਼ਾਦਾ ਲੈ ਕੇ ਜਾ ਰਿਹਾ, ਤੇ ਇਕੱਲਾ ਇੱਕ ਨਹੀਂ, ਗੁਰਦੁਆਰੇ ਦੇਖੋ ਕਿੰਨੇ। ਤੇ ਮੁਕਾਬਲਤਨ ਮੈਂ ਮਾਫੀ ਮੰਗਾਂਗਾ, ਇਹ ਗੁਰੂ ਬਾਬਾ ਜੀ ਦੀ ਬਖਸ਼ਿਸ਼ ਹੈ। ਅਸੀਂ ਤਾਂ ਸਿਰਫ ਮਤਲਬ ਅਸੀਂ ਕੀ ਕਰ ਸਕਦੇ ਹਾਂ ਕਿਸੇ ਵਾਸਤੇ, ਗੁਰੂ ਨੇ ਸਿਖਾਇਆ ਆ। ਧਾਰਮਿਕ ਸੰਸਥਾਵਾਂ ਕਿਸੇ ਲੈਵਲ ਦੀਆਂ ਲੈ ਆਓ ਤੁਸੀਂ, ਮੈਂ ਗਰੰਟੀ ਕਰਦਾ ਫੂਡ ਬੈਂਕ ਨੈਸ਼ਨਲ ਲੈਵਲ ਤੇ ਵੀ ਤੁਹਾਨੂੰ ਇੰਨੇ ਇਸ ਤਰੀਕੇ ਨਾਲ ਸਰਵ ਕਰਦੇ ਨਹੀਂ ਮਿਲਣਗੇ। ਇਹ ਕੀ ਹੈ? ਇਹ ਨਵਾਜ਼ਿਸ਼ ਹੈ ਅਸਲ ਦੇ 'ਚ। ਤੇ ਅਜੇ ਜਿੰਨੀ ਸਾਡੇ ਕੋਲ ਪੋਟੈਂਸ਼ੀਅਲ ਆ, ਉਹਦਾ ਅਸੀਂ 5% ਵੀ ਨਹੀਂ ਕਰ ਰਹੇ। ਜੇਕਰ ਅਸੀਂ ਵਾਕਿਆ 'ਚ ਗ੍ਰੰਥ ਤੇ ਪੰਥ ਪ੍ਰਸਤਗੀ 'ਚ ਲੱਗ ਜਾਈਏ ਨਾ, ਕਿਹੜੀ ਚੀਜ਼ ਨਹੀਂ ਗੁਰੂ ਨੇ ਜਿਹੜੀ ਸਾਨੂੰ ਸਿਖਾਈ ਤੇ ਦੱਸੀ। ਇਹ ਹੈ ਗੁਰੂ ਨਾਨਕ
किया पसाओ जियो। है गुरु ने वरतना नानक इंस्टीट्यूशन के जरिए। ये नानक इंस्टीट्यूशन, असी नानक प्रस्तरां हैगे हाँ। अगला वचन है, मैं बहुड़ ना तृष्णा भुखड़ी हों रज्जा तृप्त अघाए जियो। सिख की अरदास खत्म हो जाती बिल्कुल। बीइंग ए सिख, जो ये कहता भी जो सपोज करो अकाल पुरख वाहगुरू साडे सामने आ जाए तो सानू सामने आके लिटरली तौर पर, चलो वैसे असीं एक हिपोथेटिक सिचुएशन को क्रिएट करिए, रब सामने आके कहे भी अच्छा भी सिख जी दस की चाहिए, जे मैं गुरु नानक का सिख हाँ तो मेरी अरदास की होएगी? जो मर्जी कह लवां अखीर मुक्केगी इत्थे आके भी नानक नाम चढ़दी कला तेरे भाणे। वट एल्स आई कैन आस्क। मतलब है कि तुसी लिटरली तौर पर सब दी वैल बीइंग अपनी वैल बीइंग मर्ज कर दी। क्या कमाल है। इस चीज ही बंदे नूं जिहड़ा सकून दे उन्होंने बात की इत्थे कि हौं रज्जा तृप्त घाए जियो, जो दिस है गुर सिखड़ा तिस निव निव लागू पाए जियो। अखीर गल मुकदी ये है, जे कोई गुरु का प्यारा मैनू इस राह ते पाए, मैं उहदे निव निव के चुक चुक के पैर फड़ा, सत्कार देवां, अदब देवां। इन्नियां क बिनतियां नाल खिमा, समा हो गया, भुल्लां गलतियां ना चतारनियां। सब प्रेम आवाज़ दे के कहना जी वाहिगुरू जी का खालसा वाहिगुरू जी की फतेह।